ਸ਼ਮਾਦਾਨ। ਰੇਡੀਓ ਪੰਜਾਬ ਟੁਡੇ ਸੁਣਨ ਵਾਲੇ ਤਮਾਮ ਸਰੋਤਿਆਂ ਨੂੰ ਮੇਰੇ ਵੱਲੋਂ ਸਦਾ ਜਸਵੀਰ ਸਿੰਘ ਭੱਟੀ, ਸਦਾ ਬਖਤੌਰ ਸਿੰਘ ਢਿੱਲੋਂ ਅਤੇ ਸਾਡੇ ਤਮਾਮ ਪੱਤਰਕਾਰਾਂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਖੁਸ਼ਾਮਦੀਦ। ਅੱਜ ਦਿਨ ਹੈ ਜੀ ਸ਼ੁੱਕਰਵਾਰ, ਤਰੀਕ ਹੈ 27 ਅਗਸਤ ਅਤੇ ਸ਼ਾਮ ਦੇ 6:30 ਦਾ। ਇਸ ਵਕਤ ਤੁਸੀਂ ਰੇਡੀਓ ਪੰਜਾਬ ਟੁਡੇ ਦੇ ਬਠਿੰਡਾ ਸਟੂਡੀਓ ਤੋਂ ਸਾਡੇ ਨਾਲ ਪ੍ਰੋਗਰਾਮ ਸ਼ਮਾਦਾਨ ਦੇ ਜ਼ਰੀਏ ਲਾਈਵ ਜੁੜੇ ਹੋਏ ਹੋ। ਇਹ ਪ੍ਰੋਗਰਾਮ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਸ਼ਾਮ ਨੂੰ 6:30 ਦੇ ਉੱਤੇ ਪ੍ਰਸਾਰਿਤ ਕੀਤਾ ਜਾਂਦਾ ਹੈ, ਜਿਸ ਦਾ ਮੁੜ ਪ੍ਰਸਾਰਨ ਰਾਤ ਨੂੰ 10:30 ਵਜੇ ਅਤੇ ਅਗਲੀ ਸਵੇਰ 5:30 ਵਜੇ ਹੁੰਦਾ ਹੈ। ਸੁਨੇਹਾ ਹੈ ਜੀ ਵਾਸ਼ਿੰਗਟਨ ਫਰੇਟ ਸਰਵਿਸ ਸੈਟਲ ਦਾ। ਇਹ ਉਹਨਾਂ ਵੀਰਾਂ ਲਈ ਹੈ ਜਿਹੜੇ ਵੀਰ ਲੌਂਗ ਹਾਲ ਨਹੀਂ ਜਾਣਾ ਚਾਹੁੰਦੇ ਅਤੇ ਲੋਕਲ ਰਹਿ ਕੇ ਕਮਾਈ ਵੀ ਅੱਛੀ ਕਰਨੀ ਚਾਹੁੰਦੇ ਆ। ਤਾਂ ਤੁਸੀਂ ਫਿਰ ਗੁਰਵਿੰਦਰ ਸਿੰਘ ਧਾਲੀਵਾਲ ਹੋਰਾਂ ਨਾਲ 206 354 40 60 ਜਾਂ ਜਗਦੇਵ ਸੰਧੂ ਹੋਰਾਂ ਨਾਲ 253 266 6924 'ਤੇ ਸੰਪਰਕ ਕਰ ਸਕਦੇ ਹੋ। ਕੈਨੇਡਾ ਦੇ ਸ਼ਹਿਰ ਮੈਨੀਟੋਬਾ ਦੇ ਵਿੱਚ ਹੈ ਜੀ ਅਕਾਲ ਟਰੱਕ ਐਂਡ ਟ੍ਰੇਲਰ, ਜਿੱਥੇ ਸੈਮੀ ਅਤੇ ਟ੍ਰੇਲਰ ਦੇ ਤਮਾਮ ਕੰਮ ਕੀਤੇ ਜਾਂਦੇ ਨੇ। DOT ਸੇਫਟੀ ਵੀ ਕਰਵਾਈ ਜਾਂਦੀ ਹੈ। ਇੱਥੇ ਹੁਣ ਖੁੱਲ੍ਹੀ ਪਾਰਕਿੰਗ ਦੇ ਨਾਲ ਵਾਸ਼, ਕੁਇਕ ਟਰੱਕ ਲਿਊਬ ਤੇ ਵੀ ਉਪਲਬਧ ਹੈ। ਬਲਤੇਜ ਸਿੰਘ ਬਨੇਸਰ ਹੋਰਾਂ ਨਾਲ 204 459 2000 'ਤੇ ਸੰਪਰਕ ਕਰ ਸਕਦੇ ਹੋ। ਵਰਜੀਨੀਆ ਦੇ ਸ਼ਹਿਰ ਫਰੈਡਰਿਕਸਬਰਗ ਦੇ ਵਿੱਚ 2020 CDL ਡਰਾਈਵਿੰਗ ਸਕੂਲ ਖੁੱਲ੍ਹ ਗਿਆ ਜੀ। ਇੱਥੇ ਤੁਹਾਨੂੰ CDL ਕਲਾਸ A, B ਐਂਡ P ਦੀ ਟ੍ਰੇਨਿੰਗ ਤੋਂ ਇਲਾਵਾ ਕਾਰ, ਬੱਸ, ਟਰੱਕ ਅਤੇ ਟਰੈਕਟਰ ਟ੍ਰੇਲਰ ਦੀ ਡਰਾਈਵਿੰਗ ਸਿਖਾਈ ਜਾਂਦੀ ਹੈ। ਇੱਥੋਂ ਦੇ ਇੰਸਟਰਕਟਰ ਬੜੇ ਪੈਸ਼ਨੇਟ ਨੇ, ਸਾਰੀਆਂ ਲੈਂਗੁਏਜਿਸ ਜਾਣਦੇ ਨੇ। ਤੁਹਾਡੀ ਸਹੂਲਤ ਦੇ ਲਈ ਭਾਵੇਂ ਪੰਜਾਬੀ ਹੋਵੇ, ਹਿੰਦੀ ਹੋਵੇ, ਫਰੈਂਚ ਹੋਵੇ, ਸਪੈਨਿਸ਼, ਇੰਗਲਿਸ਼ ਤਾਂ ਸਾਰੇ ਜਾਣ ਕਰਦੇ ਨੇ। ਦੂਰ ਦਰਾਡੇ ਤੋਂ ਆਉਣ ਵਾਲੇ ਸਾਰੇ ਜਿਹੜੇ ਸਿਖਿਆਰਥੀ ਨੇ ਜਾਂ ਲਰਨਰ ਨੇ ਡਰਾਈਵਿੰਗ ਦੇ, ਉਹਨਾਂ ਨੂੰ ਮੁਫਤ ਰਿਹਾਇਸ਼ ਦਿੱਤੀ ਜਾਂਦੀ ਹੈ, ਸਟੇ ਫਰੀ ਦਿੱਤਾ ਜਾਂਦਾ ਹੈ ਅਤੇ ਪਿਕ ਐਂਡ ਡਰੋਪ ਵੀ ਫਰੀ ਦਿੱਤੀ ਜਾਂਦੀ ਹੈ। ਕੁਛ ਹੋਰ ਵਪਾਰਕ ਸੁਨੇਹੇ ਤੇ ਫਿਰ ਹਾਜ਼ਰ ਹੋਣੇ। ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨ੍ਹਈਆਜ਼ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਊਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ। ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ 855600 2064 ਅਤੇ 8556 02071। ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਣੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 5196220660 ਜਾਂ quicktruckliube.com। QTL, because we care। ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ, ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 3606526066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661 797 2354। ਉਹ ਯਾਰ ਕੀ ਸੁਪਨੇ ਦੇਖੇ ਸੀ ਕੈਨੇਡਾ ਆਉਣ ਤੋਂ ਪਹਿਲਾਂ? ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ। ਜੀ ਹਾਂ, ਡ੍ਰੀਮਲਾਈਨਰ ਐਕਸਪ੍ਰੈਸ ਕੰਪਨੀ, ਕੈਲਗਰੀ, ਅਲਬਰਟਾ, ਕੈਨੇਡਾ, ਜਿਨ੍ਹਾਂ ਨੂੰ ਸਾਫ਼ ਸੁਥਰੇ ਰਿਕਾਰਡ ਤੇ 2 ਸਾਲਾਂ ਤਜਰਬੇ ਵਾਲੇ ਡਰਾਈਵਰਸ ਦੀ ਲੋੜ ਹੈ। ਇਹਨਾਂ ਕੋਲ ਕੈਲਗਰੀ, ਅਲਬਰਟਾ ਤੋਂ ਕੈਲੀਫੋਰਨੀਆ ਤੇ ਐਰੀਜ਼ੋਨਾ ਦੇ ਸਿੱਧੇ ਰਨ। ਇਹਨਾਂ ਕੋਲ ਡਰਾਈ ਤੇ ਰੀਫਰ ਲੋਡ ਵੀ ਹੈ। ਹੋਮ ਰਿਟਰਨ ਵਿਦਿਨ 5 ਡੇਜ਼, ਬਾਈ ਵੀਕਲੀ ਤੇ ਚੰਗੀ ਤਨਖਾਹ ਦਿੰਦੇ ਆ। ਔਰ ਹਾਂ, ਸਿੰਗਲ ਤੇ ਟੀਮਸ ਦੋਨਾਂ ਨੂੰ ਹਾਇਰ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ 403 404 9501 403 404 9501। ਡ੍ਰੀਮਲਾਈਨਰ ਐਕਸਪ੍ਰੈਸ ਕੰਪਨੀ, ਕੈਲਗਰੀ, ਅਲਬਰਟਾ, ਕੈਨੇਡਾ। ਸੋ ਜੇਕਰ ਤੁਹਾਨੂੰ ਕਿਸੇ ਪ੍ਰਕਾਰ ਦੀ ਅਮਰੀਕਾ ਦੇ ਵਿੱਚ, ਖਾਸ ਕਰਕੇ ਕੈਲੀਫੋਰਨੀਆ ਦੇ ਵਿੱਚ ਇਮੀਗ੍ਰੇਸ਼ਨ ਸੰਬੰਧੀ ਕੋਈ ਮਦਦ ਦੀ ਜ਼ਰੂਰਤ ਹੈ, ਕੋਈ ਮੁਸ਼ਕਿਲ ਹੈ, ਤਾਂ ਬਹੁਤ ਹੀ ਚਰਚਿਤ ਨਾਂ ਜੀ ਗੁਰਸ਼ਰਨ ਸਿੰਘ ਸੇਖੋਂ 5102009988। ਇਹ ਤੁਹਾਨੂੰ ਕਿਸੇ ਪ੍ਰਕਾਰ ਦੀ ਵੀ ਸਿਟੀਜ਼ਨਸ਼ਿਪ, ਵਰਕ ਪਰਮਿਟ, ਫੈਮਿਲੀ ਪਟੀਸ਼ਨ, OCI ਕਾਰਡ, ਕਹਿਣ ਤੋਂ ਭਾਵ ਇਮੀਗ੍ਰੇਸ਼ਨ ਸੰਬੰਧੀ ਕੋਈ ਵੀ ਤੁਹਾਨੂੰ ਤਕਲੀਫ ਹੈ, ਜਾਂ ਤੁਸੀਂ ਉੱਥੇ ਰਿਫਿਊਜੀ ਆ ਗਏ ਹੋ, ਤੁਹਾਨੂੰ ਹੋਰ ਕੇਸ ਫਾਈਲ ਕਰਨੇ ਹੈ,
ਤਾਂ ਤੁਸੀਂ ਇਹਨਾਂ ਨਾਲ ਸੰਪਰਕ ਕਰ ਲਓ 510 299 88 ਦੇ ਉੱਤੇ। ਮੇਰੇ ਨਾਲ ਇਸ ਵਕਤ ਜੁੜ ਗਏ ਨੇ ਜੀ ਫੋਨ ਲਾਈਨ ਤੇ ਸਰਦਾਰ ਜਸਵੀਰ ਸਿੰਘ ਪੱਟੀ ਹੋਰੀ। ਪੱਟੀ ਸਾਹਿਬ ਗੁਰਫਤਿਹ ਕਬੂਲ ਕਰਿਓ ਜੀ, ਸਤਿ ਸ਼੍ਰੀ ਅਕਾਲ। ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਸਰ ਜੀ। ਪੱਟੀ ਸਾਹਿਬ, ਸਭ ਤੋਂ ਪਹਿਲਾਂ ਤਾਂ ਗੱਲਬਾਤ ਆਪਾਂ ਕਰੀਏ ਦਿੱਲੀ ਕਮੇਟੀ ਪ੍ਰਧਾਨਗੀ ਦੀ ਚੋਣ ਕਦੋਂ ਕਰਨੀ ਹੈ। ਹੁਣ ਇੱਕ ਬਹੁਤ ਵੱਡਾ ਸਵਾਲ ਸਰਬਜੀਤ ਸਿੰਘ ਸੈਕਰੋਮੈਂਟੋ ਨੇ ਵੀ ਚੁੱਕਿਆ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਦੇ ਵਿਅਕਤੀ ਨੂੰ ਹੀ ਕੋਆਪਟ ਕਰ ਸਕਦੀ ਹੈ, ਨੋਮੀਨੇਟ ਕਰ ਸਕਦੀ ਹੈ। ਜੀ 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 ਇਹ ਵੀ ਇੱਕ ਬਹੁਤ ਵੱਡਾ ਸਵਾਲ ਹੈ ਜੀ। ਜਿਹੜੀ ਗੱਲ ਤੁਸੀਂ ਗੱਲ ਕਹੀ ਪਹਿਲਾਂ ਉਸੇ ਤੇ ਗੱਲ ਕਰੀਏ। ਮੇਰੇ ਕੋਲ ਇਨਫੋਰਮੇਸ਼ਨ ਇਹ ਆ ਕਿ ਇਹਦਾ ਘਰ ਇੱਕ ਹਰਿਆਣੇ 'ਚ ਹੈਗਾ ਸੱਚੇ ਦਾ। ਅੱਛਾ ਜੀ। ਤੇ ਹਰਿਆਣੇ ਦੇ ਵਿੱਚ ਜਿਹੜਾ ਵਾ ਉਹ ਆਪਣਾ ਐਡਰੈਸ ਦੇ ਸਕਦਾ ਨਹੀਂ, ਫਿਰ ਉਹਦੇ ਵਿੱਚ ਐਂ ਥੋੜਾ ਦੋ ਦੇ ਦਿਓਗੇ, ਇੱਕ ਵੋਟ ਉੱਥੇ ਬਣੀ ਹੈ ਇੱਕ ਉੱਥੇ ਬਣੀ ਹੈ। ਜੋ ਮਰਜ਼ੀ ਹੈ ਜੀ, ਜੋ ਮਰਜ਼ੀ ਬਸ ਚੈਲੰਜ ਹੋਏਗਾ ਕੋਰਟ ਤੋਂ। ਛੱਡੋ ਤੁਸੀਂ ਗੱਲੋਂ ਬਾਅਦ ਦੀਆਂ ਗੱਲਾਂ ਹੈਗੀਆਂ। ਅੱਛਾ। ਹਾਲ ਦੀ ਕਰੀ ਮੇਰੇ ਕੋਲ ਪੱਕੀ ਇਨਫੋਰਮੇਸ਼ਨ ਨਹੀਂ ਆਈ। ਮੈਨੂੰ ਇਨਫੋਰਮੇਸ਼ਨ ਥੋੜੀ ਜਿਹੀ ਮਿਲੀ ਸੀ ਕਿ ਇਹ ਆਪਣਾ ਹਰਿਆਣੇ ਦਾ ਐਡਰੈਸ ਦੇ ਰਿਹਾ। ਵੈਸੇ ਮੈਂ ਦੱਸ ਦਿਆਂ ਤੁਹਾਨੂੰ, ਸ਼੍ਰੋਮਣੀ ਕਮੇਟੀ ਜਿਹੜੀ ਆ ਉਹ ਆਪਣੀ ਮਰਜ਼ੀ ਨਾਲ ਅਪਾਇੰਟ ਕਰ ਸਕਦੀ ਆ, ਲੇਕਿਨ ਉਹ ਚੈਲੰਜੇਬਲ ਹੈਗਾ। ਕਰ ਦੋ ਕੋਈ ਚੈਲੰਜ ਕਰਦਾ ਕੋਈ ਪਹਿਲਾਂ ਹੁੰਦੇ ਰਹੇ, ਐਤਕੀ ਚੈਲੰਜ ਹੋਏਗਾ। ਪਰਮਜੀਤ ਸਿੰਘ ਸਰਨਾ ਨੇ ਕਿਹਦੇ ਵੀ ਹਫ਼ਤੇ ਇੰਨੀ ਗੱਲ ਕਹੀ ਕਿ ਸਰਸੇ ਨੂੰ ਅਸੀਂ ਪ੍ਰਧਾਨ ਨਹੀਂ ਬਣਦੇ ਜੀ। ਉਹਦਾ ਕਾਰਨ ਸਿਰਫ ਇਹੋ ਸੀਗਾ ਚੈਲੰਜ ਹੋ ਸਕਦਾ। ਤੇ ਜਿੱਥੇ ਤੱਕ ਮੇਰੀ ਇਨਫੋਰਮੇਸ਼ਨ ਹੈ ਕਿ ਹਰਿਆਣੇ ਦੇ ਆਪਣੇ ਘਰ ਦਾ ਸਾਰਾ ਐਡਰੈਸ ਦੇ ਕੇ ਵੀ ਮੇਰੀ ਇੱਥੇ ਰਹਿਸ਼ ਹੈਗੀ ਹੈ ਤੇ ਉੱਥੇ ਵੀ ਰਹਿਸ਼ ਹੈਗੀ ਹੈ। ਤੁਹਾਨੂੰ ਪਤਾ ਵੀ ਇਸ ਵੇਲੇ ਕੁਝ ਮੈਂਬਰ ਬਣੇ ਦਿੱਲੀ ਹਰਿਆਣਾ ਕਮੇਟੀ ਦੇ, ਉਹਦੇ ਦਿੱਲੀ 'ਚ ਉਹਨਾਂ ਦੇ ਪੁਰਾਣੇ ਘਰ ਹਰਿਆਣੇ 'ਚ ਉਹਨਾਂ ਦੇ ਐਡਰੈਸ ਦੇ ਬਣੇ ਨੇ ਜੀ। ਇਹ ਕਹਿੰਦੇ 7-8 ਮੈਂਬਰ ਹੈਗੇ। ਇਸ ਕਰਕੇ ਇਹੋ ਜਿਹੀ ਜਿਹੜੀ ਗੁੰਗ ਹੈਗਾ ਨਾ, ਥੋੜਾ ਮੋਟਾ ਰੂਪ ਉਹਦੇ 'ਚ ਹੈਗੇ ਨੇ, ਉਹਨੂੰ ਲੈ ਕੇ ਜਿਹੜਾ ਸਰਸਾ ਵਾ ਉਹ ਪ੍ਰਧਾਨਗੀ ਦਾ ਉਮੀਦਵਾਰ ਬਣਿਆ ਜੀ। ਇੰਨੀ ਕਾਹਲੀ ਕੀਤੀ ਗਈ ਜੀ। ਵੇਖੋ ਹਾਲੀ ਜਿਹੜੀ ਆ 15 ਦਿਨ ਹੁੰਦਾ ਵਾ, 15 ਦਿਨ ਦੇ ਵਿੱਚ ਤੁਸੀਂ ਕੋਆਪਸ਼ਨ ਕਰਨੀ ਹੈ। ਉਸ ਕੋਆਪਸ਼ਨ ਤੋਂ 15 ਦਿਨ ਦੇ ਵਿੱਚ ਤੁਸੀਂ ਪ੍ਰਧਾਨਗੀ ਤੇ ਹੋਰ ਅਹੁਦੇਦਾਰਾਂ ਤੇ ਕਾਰਜਕਾਰੀ ਚੋਣ ਕਰਨੀ ਜੀ। ਤੇ ਸੁਖਬੀਰ ਸਿੰਘ ਬਾਦਲ ਨੇ ਦੇਰ ਨਹੀਂ ਕੀਤੀ, ਉਸੇ ਵੇਲੇ ਸ਼੍ਰੋਮਣੀ ਕਮੇਟੀ ਕੋਲ ਚਿੱਠੀ ਮਿਲਾਈ ਹੈ ਵੀ ਜਿਹੜਾ ਮਨਜਿੰਦਰ ਸਿੰਘ ਸਿਰਸਾ ਨੂੰ ਕੋਆਪਟ ਕੀਤਾ ਜਾਵੇ। ਇਹ ਚੈਲੰਜ ਹੋਏਗਾ, ਇਹ ਦੱਸਾਂ ਤੁਹਾਨੂੰ ਜ਼ਰੂਰ ਚੈਲੰਜ ਹੋਏਗਾ ਜੀ। ਹੁਣ ਮਨਜੀਤ ਸਿੰਘ ਸਿਰਸੇ ਜਦੋਂ ਇਹ ਸੁਖਬੀਰ ਸਿੰਘ ਬਾਦਲ ਦੇ ਘਰ ਇਹਨਾਂ ਕਿਹਾ ਵੀ ਇਹਨੂੰ ਕੋਆਪਟ ਕੀਤਾ ਜਾਏਗਾ, ਬਕਾਇਦਾ ਤੌਰ ਤੇ 27 ਮੈਂਬਰ ਹਾਜ਼ਰ ਸੀ ਤੇ ਜਿਹੜਾ ਹਰਮੀਤ ਸਿੰਘ ਕਾਲਕੋ ਨੇ ਕਿਹਾ ਜੀ ਹੱਕ ਮੇਰਾ ਬਣਦਾ, ਮੈਂ ਚੋਣ ਜਿੱਤੀ ਆ, ਇਹ ਚੋਣ ਹਾਰਿਆ ਪ੍ਰਧਾਨ ਦਾ ਉਮੀਦਵਾਰ ਕਿੱਥੋਂ ਜੀ। ਉੱਥੇ ਕਈ ਮੈਂਬਰਾਂ ਨੇ ਮੇਰੀ ਗੱਲ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਆ ਲੋਕਾਂ ਦੀ ਚਰਚਾ ਦਾ ਵਿਸ਼ਾ ਬਣੀ, ਤੁਸੀਂ ਇਸਦਾ ਨਾ ਕਰੋ। ਲੇਕਿਨ ਸੁਖਬੀਰ ਸਿੰਘ ਬਾਦਲ ਨੂੰ ਕੌਣ ਸਮਝਾਏ ਜੀ। ਉੱਥੇ ਬਕਾਇਦਾ ਤੌਰ ਤੇ ਹਰਮੀਤ ਸਿੰਘ ਕਾਲਕਾ ਤੇ ਸੁਖਬੀਰ ਸਿੰਘ ਬਾਦਲ ਦੇ ਨਾਅਰੇ ਵੀ ਲੱਗੇ ਹੋਏ ਹੱਕ ਦੇ। ਅੱਛਾ ਜੀ। ਤੇ ਕਿਹਾ ਗਿਆ ਵੀ ਹਰਮੀਤ ਸਿੰਘ ਕਾਲਕਾ ਨੂੰ ਜਿਹੜਾ ਹੱਕ ਦਿੱਤਾ ਜਾਵੇ ਉਹ ਪ੍ਰਧਾਨਗੀ ਦਾ ਉਮੀਦਵਾਰ ਬਣੇ। ਫਿਰ ਇਹਨਾਂ ਦਾ ਸਮਝੌਤਾ ਹੋਇਆ ਵੀ 2 ਸਾਲ ਪਹਿਲੇ ਸਿਰਸਾ ਪ੍ਰਧਾਨ ਰਹੇਗਾ ਤੇ 2 ਸਾਲ ਦੂਸਰੇ ਜਿਹੜਾ ਸੀ ਕਾਲਕਾ ਰਹੇਗਾ ਜੀ। ਹੁਣ ਪਹਿਲੇ 2 ਸਾਲ ਸਿਰਸਾ ਕਿਉਂ ਰਹੇਗਾ? ਜਿਹੜਾ ਕੰਮ ਫੰਡ ਜਿਹੜਾ ਵਾ ਇਲੈਕਸ਼ਨ ਦੇ ਵਿੱਚ ਸਿਰਸਾ ਦੇ ਸਕਦਾ ਉਹ ਕਾਲਕਾ ਨਹੀਂ ਦੇ ਸਕਦਾ ਜੀ। ਸਿਰਸੇ ਦੇ ਅੱਗੇ ਵੀ ਬੀਬੀ ਹਰਸਿਮਰਤ ਕੌਰ ਬਾਦਲ ਦੀ ਜੋ ਇਲੈਕਸ਼ਨ ਸੀ, ਤੁਹਾਨੂੰ ਪਤਾ ਬਕਾਇਦਾ ਤੌਰ ਤੇ ਦਿੱਲੀ ਕਮੇਟੀ ਦੀ ਐਂਬੂਲੈਂਸ ਦੇ ਵਿੱਚ ਵੀ ਸੀ ਪੈਸੇ ਲੈ ਕੇ ਰੱਖੇ ਗਏ ਸੀ, ਵੰਡੇ ਗਏ ਸੀ। ਉਹ ਐਂਬੂਲੈਂਸ ਫੜੀ ਵੀ ਗਈ ਸੀ ਉੱਥੇ ਬਠਿੰਡੇ ਦੇ ਵਿੱਚ। ਇਸ ਕਰਕੇ ਸੁਖਬੀਰ ਸਿੰਘ ਬਾਦਲ ਨੂੰ ਪਤਾ ਵੀ ਜਿਹੜਾ ਕੰਮ ਸਿਰਸਾ ਕਰ ਸਕਦਾ ਉਹ ਕਾਲਕਾ ਨਹੀਂ ਕਰ ਸਕਦਾ ਜੀ। ਲੇਕਿਨ ਮੈਂ ਇਹ ਤੁਹਾਨੂੰ ਦੱਸ ਦਿਆਂ ਕਿ ਇਲੈਕਸ਼ਨ ਜਿਹੜੀ ਹੈ ਐਤਕੀ ਸਰਬਸੰਮਤੀ ਨਾਲ ਨਹੀਂ ਹੋਏਗੀ। ਇਹਦੀ ਸੁਖਬੀਰ ਸਿੰਘ ਬਾਦਲ ਨੇ ਇੱਕ ਲਫਾਫਾ ਭੇਜਿਆ ਤੇ ਉਹ ਬਿਲਕੁਲ ਮੰਨ ਲਈ ਜੂਗੀ, ਬਿਲਕੁਲ ਨਹੀਂ ਜੀ। ਬਕਾਇਦਾ ਤੌਰ ਤੇ ਐਤਕੀ ਰੱਸਾ ਖੁਸ਼ੀ ਜਿਹੜੀ ਉਹ ਪ੍ਰਧਾਨਗੀ ਤੇ ਬਾਕੀ ਉਹਦੇ ਲਈ ਬਕਾਇਦਾ ਤੌਰ ਤੇ ਚੋਣ ਹੋਏ ਜੀ। ਕੁਝ ਉਮੀਦਵਾਰ ਹੈਗੇ ਨੇ ਜਿਹੜੇ ਸਰਸੇ ਨੂੰ ਪਸੰਦ ਨਹੀਂ ਕਰਦੇ, ਉਹ ਕ੍ਰਾਸ ਵੋਟਿੰਗ ਹੋ ਸਕਦੀ ਜੀ। ਇਸ ਕਰਕੇ ਸਰਸਾ ਬਾਰ-ਬਾਰ ਕਹਿ ਰਿਹਾ, ਸਰਨਾ ਕਹਿੰਦਾ ਜੀ ਮਹੀਨੇ ਪੈਸੇ ਦੇ ਬੰਦੇ ਫੀਸ ਦੇ, ਮੈਂ 4 ਕਰੋੜ ਦਿੱਤਾ ਜੀ, ਮੈਂ 3 ਕਰੋੜ ਦਿੱਤਾ ਜੀ, ਨਿਕਲ ਦਿੱਤਾ, ਠੀਕ ਹੈ ਤੂੰ ਵੀ ਦੇ ਦੇ ਭਾਈ ਜੀ ਜੀ। ਇਹ ਤਾਂ ਤੁਸੀਂ ਕਰਦੇ ਰਹੇ ਹੋ। ਇਹ ਤੁਹਾਡੇ ਕੋਲ ਇਹ ਇਨਫੋਰਮੇਸ਼ਨ ਪੈਸੇ ਦਿੱਤੇ ਆ ਤੇ ਨਾਲ ਇਹਨਾਂ ਦੀ ਕੋਸ਼ਿਸ਼ ਇਹ ਆ ਵੀ ਜਿੰਨਾ ਚਿਰ ਇਲੈਕਸ਼ਨ ਨਹੀਂ ਹੁੰਦੀ ਤੇ ਇਹ ਬੰਦੇ ਜਿੱਦਾਂ ਸ਼੍ਰੋਮਣੀ ਕਮੇਟੀ ਦੀ 2002 ਚ ਚੋਣ ਹੋਈ ਸੀ ਨਾ ਜੀ,
ਉਸੇ ਤਰੀਕੇ ਨਾਲ ਹੀ ਬਕਾਇਦਾ ਤੌਰ ਤੇ ਇਹ ਬੰਦੇ ਜਿਹੜੇ ਸਾਡੇ ਮੈਂਬਰ ਆ ਉਹ ਬਾਲਾਸਰ ਫਾਰਮ ਜਿਹੜਾ ਹਰਿਆਣੇ ਦਾ ਉੱਥੇ ਬਿਠਾਏ ਜਾਂਦੇ ਆ ਜੀ। ਲੇਕਿਨ ਉਦੋਂ ਤੇ ਬੀਜੇਪੀ ਦੀ ਸਰਕਾਰ ਸੀ ਉੱਥੇ ਨਾ, ਉਦੋਂ ਚਟਾਲਾ ਸਾਹਿਬ ਦੀ ਸਰਕਾਰ ਸੀ ਜੀ। ਚਟਾਲਾ ਸਰਕਾਰ ਸੀ। ਉਹਨਾਂ ਦਾ ਆਪਣਾ ਬੜਾ ਨੇੜਲਾ ਰਿਸ਼ਤਾ ਸੀਗਾ। ਬਿਲਕੁਲ ਜੀ। ਤੇ ਅੱਜ ਬੀਜੇਪੀ ਦੀ ਸਰਕਾਰ ਉੱਥੇ ਤੇ ਬੀਜੇਪੀ ਸਰਕਾਰ ਦਾ ਆਪਣੀ ਬਹੁਤੀ ਰਾਚੀ ਮਿਲਦੀ ਨਹੀਂ। ਇਸ ਕਰਕੇ ਫਿਰ ਵੀ ਉਹਨਾਂ ਨੂੰ ਪਤਾ ਵੀ ਅਸੀਂ ਜਾ ਕੇ ਕਹਿ ਦੇਣਗੇ ਖੱਟਰ ਸਾਹਿਬ ਨੂੰ ਸਾਡੀ ਅੱਖੀ ਮੰਨ ਲੈਣਗੇ। ਤੇ ਇਹਨਾਂ ਦੀ ਕੋਸ਼ਿਸ਼ ਇਹ ਆ ਜੀ ਉਹਨਾਂ ਮੈਂਬਰਾਂ ਨੂੰ ਜਿਹੜੇ 27 ਦੇ 27 ਆ ਉੱਥੋਂ ਚੁੱਕ ਕੇ ਤੇ ਬਕਾਇਦਾ ਤੌਰ ਤੇ ਜਿਹੜਾ ਵਾ ਉਸ ਬਾਲਾਸਰ ਫਾਰਮ ਤੇ ਦਿੰਦਾ ਜਾਵੇ ਜਾਂ ਚੰਡੀਗੜ੍ਹ ਜਾਂਦੇ ਜਾਂ ਚੰਡੀਗੜ੍ਹ ਜਾਂ ਬਾਲਾਸਰ, ਦੋ ਜਗ੍ਹਾ ਗੱਲ ਚੱਲਣੀ ਇਹਨਾਂ ਦੀ ਜੀ। ਮਤਲਬ ਇਹਨੇ ਡਰੇ ਪਏ ਨੇ। ਤੁਹਾਨੂੰ ਪਤਾ ਹੋਏਗਾ ਪਿਛਲੀ ਵਾਰੀ ਜਦੋਂ ਚੋਣਾਂ ਹੋਈਆਂ ਸੀ ਇਹਨਾਂ ਨੂੰ 46 ਦੇ ਵਿੱਚੋਂ 37 ਸੀਟਾਂ ਮਿਲੀਆਂ ਸੀ ਜੀ। 9 ਸੀਟਾਂ ਬਾਹਰ ਸੀ ਜਿਹਦੇ ਵਿੱਚ 7 ਸਰਨੇ ਨੂੰ ਮਿਲੀਆਂ ਸੀ ਤੇ 2 ਜਿਹੜੀਆਂ ਸੀ ਭਾਈ ਰਣਜੀਤ ਸਿੰਘ ਨੂੰ ਮਿਲੀਆਂ ਜੀ। 9 ਸੀਟਾਂ ਬਾਹਰ ਸੀ, ਬਾਕੀ ਸਾਰੀ ਨੇ ਸਾਰੀ ਸੀਟਾਂ 37 ਦੇ ਕੋਈ ਉਦੋਂ ਪਲਾਨ ਨਹੀਂ ਸੀ ਕਰਦੇ ਜੋ 2 ਮੈਂਬਰ ਭਾਈ ਦੇ ਭੱਜਣ ਦੇ ਕੋਈ ਗੱਲ। ਜੇ ਇਸ ਵੇਲੇ 2 ਮੈਂਬਰ ਭੱਜਦੇ ਆ ਤਾਂ ਉਹਦਾ ਖਮਿਆਜਾ ਜਿਹੜਾ ਵਾ ਉਹਨੂੰ ਭੁਗਤਣਾ ਜੀ। ਇਸ ਵੇਲੇ ਜਿਹੜੀ ਸਿਚੁਏਸ਼ਨ ਆ 14 ਮੈਂਬਰ ਚੁਣੇ ਗਏ ਨੇ ਪਰਮਜੀਤ ਸਿੰਘ ਸਰਨੇ ਦੇ ਨਾਲ ਦੇ ਜੀ। 3 ਮੈਂਬਰ ਚੁਣੇ ਗਏ ਨੇ ਮਨਜੀਤ ਸਿੰਘ ਜੀਕੇ ਦੇ ਜੀ। 1 ਮੈਂਬਰ ਭਾਈ ਰਣਜੀਤ ਸਿੰਘ ਦਾ ਤੇ 1 ਮੈਂਬਰ ਜਿਹੜਾ ਵਾ ਉਹ ਆਜ਼ਾਦ ਹੈ ਕਾਂਗਰਸੀ ਬੇਸਿਕਲੀ ਮਰਵਾਹਾ ਜੀ ਦੀ ਗੱਲ ਕਰਦੇ ਅੱਗੇ ਜੀ ਉਹ ਚੁੱਕ ਗਿਆ। 19 ਮੈਂਬਰ ਹੋ ਗਏ ਤੇ ਇੱਕ ਜਿਹੜੀ ਕੋਆਪਸ਼ਨ ਹੋਣੀ ਇਹਨਾਂ ਦੇ ਖਾਤੇ 'ਚ ਕਿਉਂ 16 ਮੈਂਬਰਾਂ ਦੇ ਪਿੱਛੇ ਇੱਕ ਕੋਆਪਸ਼ਨ ਹੁੰਦੀ ਹੈ ਜੀ। ਪਿਛਲੀ ਵਾਰੀ ਅਕਾਲੀ ਦਲ ਬਾਦਲ ਦੇ ਦੋਵੇਂ ਹੀ ਕੋਆਪਟ ਹੋ ਗਏ ਸੀਗੇ। ਅੱਛਾ ਜੀ। ਐਤਕੀ ਇਹਨਾਂ ਕੋਲ 16 ਇੱਕ ਕੱਢ ਲਓ ਤੇ ਬਾਕੀ ਮੁੜ ਕੇ ਪਿੱਛੇ 11 ਰਹਿ ਜਾਂਦੇ। 16 ਪੂਰੇ ਹੁੰਦੇ ਤੇ ਫਿਰ ਵਿਰੋਧੀ ਧਿਰ ਦਾ ਆਟੋਮੈਟਿਕਲੀ ਦੂਜਾ ਉਮੀਦਵਾਰ ਆਉਣਾ ਹੀ ਹੋਣਾ ਵਾ, ਉਹਨਾਂ ਨੂੰ ਮਿਲ ਜਾਣੀ ਜੀ ਕੋਆਪਸ਼ਨ ਉਹਨਾਂ ਦੀ ਵੀ ਹੋ ਜਾਣੀ। 2 ਨਿਕਲਣੇ ਜਿਹੜੀ ਕੋਈ 300 ਕੇ 350 ਤੇ ਜਿਹੜੇ ਰਜਿਸਟਰਡ ਸਿੰਘ ਸਭਾਵਾਂ ਹੈਗੀਆਂ ਉਹਨਾਂ ਦੀ ਲਾਟਰੀ ਨਿਕਲਣੀ ਜੀ। ਉਹ ਲਾਟਰੀ ਦਾ ਵੀ ਉਹੀ ਤਰੀਕਾ ਸਾਰਾ ਸੇਮ ਇਲੈਕਸ਼ਨ ਵਾਲਾ ਬਕਾਇਦਾ ਤੌਰ ਤੇ ਨੋਟੀਫਿਕੇਸ਼ਨ ਹੁੰਦਾ ਵਾ। ਸਾਰੇ ਬੰਦੇ ਆਪਣੀ ਨੋਮੀਨੇਸ਼ਨ ਦਿੰਦੇ ਆ, ਡਬਲ ਦਿੰਦੇ ਆ, ਜਦੋਂ ਉਹਦੀ ਸਿਕਿਉਰਿਟੀ ਹੋ ਜਾਂਦੀ ਆ ਫਿਰ ਬਾਕੀ ਵਾਪਸ ਲੈ ਲੈਂਦੇ ਆ ਤੇ ਉਹਨਾਂ ਵਿੱਚ ਬਾਅਦ ਚ ਲਾਟਰੀ ਕੱਢੀ ਜਾਂਦੀ ਜੀ। ਪੂਰਾ ਇਲੈਕਸ਼ਨ ਸਿਸਟਮ ਇਲੈਕਸ਼ਨ ਦਾ ਪ੍ਰੋਸੀਜਰ ਅਪਣਾਇਆ ਜਾਂਦਾ। ਹੁਣ ਉਹ 2 ਕਿਹਦੇ ਹੁੰਦੇ ਆ ਜਿਹੜੇ 2 ਆਉਣੇ ਆ ਉਹ ਕਿਹਦੇ ਹੁੰਦੇ ਆ ਅੱਗੇ। ਹੁਣ ਇਹ ਆ ਕਿ ਜਿਹੜੀਆਂ ਸਿੰਘ ਸਭਾਵਾਂ ਨਾ ਉਹਨਾਂ ਦੇ ਲਾਗੇ ਦੇ ਗੱਡੀਆਂ ਖੜੀਆਂ ਹੋਣੀਆਂ ਇਹਨਾਂ ਜੀ। 2 ਤਰ੍ਹਾਂ ਦੀਆਂ। ਜਦੋਂ ਵੇਖਿਆ ਫਲਾਣਾ ਬੰਦਾ ਕਿ ਫੋਨ ਤੇ ਜਦੋਂ ਗੱਡੀ 'ਚ ਪਾਓ ਵੱਡਾ ਭਜਾਓਗੇ ਪਾਸੇ ਉਹ ਜਿੱਤੇ ਕਈ ਰੀਜਨ ਹੁੰਦੇ ਆ ਜੇ ਇਕੱਠੜ ਹੁੰਦੇ ਤੁਸੀਂ ਆਪਣਾ ਕੰਮ ਕਰੋ ਆਪਣਾ ਕਰ ਦਿਓ। ਅਸੀਂ ਆਪਣੇ ਜਿਹਨੂੰ ਮੁਲਕ ਨੂੰ ਪਤਾ ਵਾ ਕਿਉਂਕਿ ਇਹੋ ਜਿਹੇ ਆਕੜ ਸਾਰੇ ਹੁੰਦੇ ਕੋਈ ਜੀ ਜੀ। ਲੇਕਿਨ ਉਹ 2 ਮੈਂਬਰ ਜਿਹੜੇ ਆ ਮੈਨੂੰ ਉਮੀਦ ਆ ਕਿ ਦਿੱਲੀ 'ਚ ਸਰਨੇ ਜਿਹੜੇ ਉਹ ਰਹਿੰਦੇ ਨੇ ਉਹਨਾਂ ਦੇ ਰਿਸ਼ਤੇਦਾਰੀ ਆ ਉਹਨਾਂ ਦੇ ਭੈਣ ਭਰਾ ਸਾਰੇ ਉੱਥੇ ਦੇ ਉਹ ਸ਼ਾਇਦ ਦਾ ਮਾਰ ਜਾਣ ਜੀ। ਉਹ 2 ਦਾ ਮਾਰ ਜਾਂਦੇ। 4 ਮੈਂਬਰਾਂ ਨੂੰ ਹੋਰ ਲੋੜ ਹੈ। ਉਹ 4 ਮੈਂਬਰ ਜਿਹੜੇ ਆ ਉਹ ਜਿਸ ਤਰੀਕੇ ਨਾਲ ਇਸ ਵੇਲੇ ਬਾਦਲ ਕਾਲੀ ਦੇ ਵਿੱਚ ਰਿਜ਼ੈਂਟਮੈਂਟ ਪਾਈ ਜਾ ਰਹੀ ਹੈ ਜੀ ਜੀ। ਤੇ ਦਿੱਲੀ ਦੇ ਵਿੱਚ ਅੱਜ ਪਹਿਲੀ ਵਾਰੀ ਨਹੀਂ ਕਈ ਵਾਰੀ ਜਿਹੜੇ ਉਹ ਬੰਦੇ ਜਿਹੜੇ ਆ ਉਹ ਇਸੇ ਤਰ੍ਹਾਂ ਹੀ ਜਿਹੜੇ ਸੀ ਕ੍ਰਾਸ ਵੋਟਿੰਗ ਕਰਦੇ ਰਹੇ ਜਿਹਦੇ ਵਿੱਚ ਪਿਛਲੇ ਪਾਸੇ ਬੜਾ ਵੱਡਾ ਜਿਹੜਾ ਲੈਣ ਦੇਣ ਹੋਇਆ ਹੁੰਦਾ ਐਵੇਂ ਨਹੀਂ ਹੁੰਦੀ। ਹੁਣ ਅਗਲੀ ਗੱਲ ਜਿਹੜੀ ਹੈ ਦਿੱਲੀ ਕਮੇਟੀ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਕੋਈ ਹਾਰਿਆ ਹੋਇਆ ਬੰਦਾ ਜਿਹੜਾ ਉਹ ਦਿੱਲੀ ਕਮੇਟੀ ਦਾ ਪ੍ਰਧਾਨ ਬਣੇਗਾ ਪਹਿਲੀ। ਇਹ ਵੀ ਇੱਕ ਇਤਿਹਾਸਕ ਘਟਨਾ ਹੋਏਗੀ ਜੀ। ਮੈਂ ਤਾਂ ਚਾਹੁੰਦਾ ਵੀ ਇਹਦੇ ਤੇ ਆਪ ਹੀ ਮਨਜਿੰਦਰ ਸਿੰਘ ਸਰਚੇ ਨੂੰ ਸਰੈਂਡਰ ਕਰ ਦੇਣਾ ਚਾਹੀਦਾ ਕਿ ਭਾਈ ਮੈਂ ਪ੍ਰਧਾਨਗੀ ਦਾ ਉਮੀਦਵਾਰ ਨਹੀਂ ਜੀ। ਜਿਹਨੂੰ ਬਣਾਉਣਾ ਤੁਸੀਂ ਬਣਾ ਲਓ ਕਿਉਂਕਿ ਮੈਂ ਚੋਣ ਹਾਰ ਗਿਆ ਵਾ। ਮੈਨੂੰ ਲੋਕਾਂ ਨੇ ਫਤਵਾ ਨਹੀਂ ਦਿੱਤਾ। ਲੇਕਿਨ ਜਿਹੜੀ ਗੱਲ ਆਪਾਂ ਕਹਿੰਦੇ ਹੁੰਦੇ ਸੀ ਨਾ ਵੀ ਦਿੱਲੀ ਸਿੱਖਾਂ ਦੇ ਲਾਹਨਤ ਜੇ ਕਿਤੇ ਇਹ ਜਿੱਤ ਗਏ ਭ੍ਰਿਸ਼ਟਾਚਾਰ ਜਿੱਤ ਗਏ ਤੇ ਉਹ ਉੱਥੇ ਸਿੱਖਾਂ ਨੇ ਰੱਖ ਵਿਖਾਈ ਜੀ। ਬਲਜੀਤ ਸਿੰਘ ਜੀਕੇ ਦੀ ਪਾਰਟੀ ਦਾ ਜਿਹੜਾ ਸੀ ਉਹਨੇ ਖਤਮ ਕਰਤਾ। 46 'ਚ 3 ਸੀਟਾਂ ਮਿਲੀਆਂ ਤੇ ਜਿਹੜਾ ਸਰਸਾ ਜੀ ਜਿਹਦੇ ਖਿਲਾਫ ਕੇਸ ਚੱਲਦੇ ਸੀ ਉਹ ਹਰਾਤਾ। ਇੰਨੀ ਕੁ ਜ਼ਰੂਰ ਨਾ ਆਪ ਰੱਖ ਵਿਖਾਤੀ। ਇੰਨੀ ਕੁ ਨਾ ਜਿਹੜੀ ਸੀ ਉਹ ਕਿਹਾ ਵੀ ਨਹੀਂ ਵਾਕਿਆ ਪ੍ਰੈਸ ਬੋਲ ਕੇ ਚੋਰ ਨੂੰ ਅਸੀਂ ਵੋਟ ਨਹੀਂ ਪਾਉਣੀ ਜੀ। 525 ਵੋਟਾਂ ਤੇ ਉਹ ਜਿੱਤੇ ਨੇ ਹਰਵਿੰਦਰ ਸਿੰਘ ਸਰਨਾ। ਹੁਣ ਵੇਖੋ 9 ਤਰੀਕ ਤੋਂ ਪਹਿਲਾਂ ਜਿਹੜੀ ਇਹਨਾਂ ਦੀ ਕੋਆਪਸ਼ਨ ਹੋਣੀ ਜੀ ਤਾਂ ਉਹ ਨੈਚੁਰਲੀ ਪਤਾ ਜਿਹੜੀ ਕੋਆਪਸ਼ਨ ਹੋਣੀ ਉਦੋਂ ਪਹਿਲਾਂ ਹੀ ਉਹ ਜਿਹੜੀ ਸਿੰਘ ਸਭਾ ਵਾਲੀਆਂ ਉਹ ਵੀ ਨਾਲ ਹੋ ਜਾਣੀਆਂ ਜੀ। ਉਦੋਂ ਬਾਅਦ 9 ਤੋਂ ਬਾਅਦ 25 ਦੇ ਵਿੱਚ ਫਿਰ ਉਹ ਜਦੋਂ ਮਰਜ਼ੀ ਜਿਹੜਾ ਡਾਇਰੈਕਟਰ ਗੁਰਦੁਆਰਾ ਚੋਣ ਕਮਿਸ਼ਨ ਹੈ ਉਹ ਮੀਟਿੰਗ ਕਾਲ ਕਰਕੇ ਫਿਰ ਪ੍ਰਧਾਨਗੀ ਦੀ ਚੋਣ ਕਰਾਏਗਾ। ਬਾਕੀ ਉਹਦੀ ਤਰ੍ਹਾਂ ਚੋਣ ਕਰਾਏਗਾ। ਪਹਿਲੀ ਚੋਣ ਉਹਨੇ ਕਰਾਉਣੀ ਆ
ਉਸ ਤੋਂ ਬਾਅਦ ਫਿਰ ਜਿਹੜੀ ਚੋਣ 2 ਸਾਲ ਬਾਅਦ ਚੋਣ ਹੋਣੀ ਹੈ ਉਹ ਫਿਰ ਆਪਣੇ ਆਪ ਕਰਦੇ ਜੀ। ਹਾਂ ਵੇਖੋ ਜੀ, ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਪਹਿਲੀ ਚੋਣ ਹੋ ਜਾਣੀ ਹੈ, ਮੁੜ ਕੇ ਅਦਾਲਤਾਂ ਹੀ ਤੁਰੇ ਫਿਰਨਗੇ, ਜਿਵੇਂ ਹੁਣ ਪੰਜਾਬ ਵਾਲੀ ਅਦਾਲਤਾਂ ਜਾਣਾ ਜੀ। ਐਤਕੀ ਪਹਿਲੀ ਵਾਰੀ ਹੋਇਆ ਵੀ ਜਿਹੜੀ ਭਾਵੇਂ 1,27,000 ਵੋਟ ਪਈ ਆ ਜੀ, ਐਤਕੀ ਜਿਹੜੀ ਰਿਜੈਕਟ ਹੋਈ ਆ ਘੱਟੋ ਘੱਟ 30-35 ਹਜ਼ਾਰ ਦੇ ਕਰੀਬ ਵੋਟ ਰਿਜੈਕਟ ਹੋਈ, 30-35 ਆ ਜੀ ਜੀ ਜੀ, ਜਿਹੜੀ ਸਹੀ ਜਗ੍ਹਾ ਤੇ ਮੋਹਰ ਨਹੀਂ ਲੱਗੀ ਉਹਨਾਂ ਜਿਹੜੇ ਬੈਲਟ ਪੇਪਰ ਬਣੀ ਇਸ ਤਰ੍ਹਾਂ ਦੇ ਸੀ, ਲੋਕਾਂ ਨੂੰ ਸਮਝ ਨਹੀਂ ਮੋਹਰ ਲਾਉਣੀ ਕਿੱਥੇ ਆ ਜੀ। ਉਹਨਾਂ ਕਿਹਾ ਚੋਣ ਨਿਸ਼ਾਨ ਤੇ ਵੀ ਨਹੀਂ ਲਾਉਣੀ, ਜਿਹੜਾ ਬੰਦਾ ਵਾ ਜਿਹਦੀ ਫੋਟੋ ਉੱਤੇ ਵੀ ਲਾਉਣੀ ਉੱਤੇ ਫੋਟੋ ਦੇ ਉੱਤੇ ਚੋਣ ਨਿਸ਼ਾਨ ਤੇ ਲਾਉਣੀ ਸੀ, ਨਹੀਂ ਲਾਈ ਉਹਨਾਂ ਨੇ ਖਾਲੀ ਜਗ੍ਹਾ ਲਾਤੀ, ਰਿਜੈਕਟ ਹੋ ਗਈ। ਦੱਸੋ ਆਮ ਤੌਰ ਤੇ 5,000 4-5 ਹਜ਼ਾਰ ਦੇ ਕਰੀਬ ਜਿਹੜੀ ਵੋਟ ਰਿਜੈਕਟ ਹੁੰਦੀ ਸੀ, ਐਤਕੀ 30-35 ਹਜ਼ਾਰ ਦੇ ਕਰੀਬ ਜਿਹੜੀ ਵੋਟ ਆ ਉਹ ਰਿਜੈਕਟ ਹੋਣ ਦੇ ਚਾਂਸ ਆ, ਉਹ ਗਿਣਤੀ ਕੁਝ 2-4 ਦਿਨ ਤੱਕ ਆਤੀ ਗਈ ਜੀ। ਅੱਛਾ ਜੀ, ਇੱਕ ਆਪਾਂ ਗੱਲ ਕਰੀਏ ਸਰਦਾਰ ਭਾਗ ਸਿੰਘ ਅਣਖੀ ਹੋਰਾਂ ਦੀ, ਅਕਾਲ ਚਲਾਣਾ ਕਰ ਗਏ ਨੇ ਲੰਮਾ ਸਮਾਂ। ਜੇਕਰ ਗੱਲ ਕਰੀਏ ਉਹਨਾਂ ਨੇ ਸਿੱਖ ਸਿਆਸਤ, ਸਟੂਡੈਂਟ ਸਿੱਖ ਸਿਆਸਤ ਤੋਂ ਲੈ ਕੇ ਫਿਰ ਚੀਫ ਖਾਲਸਾ ਦੀਵਾਨ ਦੇ ਚੀਫ ਰਹੇ, ਇੱਕ ਅਨਾਥ ਵਿਅਕਤੀ ਕਿੱਥੋਂ ਚੱਲਿਆ, ਜੰਮੂ ਤੋਂ ਆਏ, ਉਹਨਾਂ ਨੂੰ ਉੱਥੋਂ ਫੋਰਸਿਸ ਲੈ ਕੇ ਆਈਆਂ, ਰਹਿਣ ਨੂੰ ਥਾਂ ਟਿਕਾਣਾ ਨਹੀਂ ਮਿਲਿਆ, ਕਿਵੇਂ ਉਹਨਾਂ ਨੇ ਐਜੂਕੇਸ਼ਨ ਪ੍ਰਾਪਤ ਕੀਤੀ, ਉਹਨਾਂ ਬਾਰੇ ਵੀ ਥੋੜ੍ਹੇ ਜਿਹੇ 2 ਸ਼ਬਦ ਆਪਾਂ ਸਾਂਝੇ ਕਰ ਲਈਏ। ਵੇਖੋ ਜੀ, ਜਦੋਂ ਭਾਗ ਸਿੰਘ ਅਣਖੀ ਦੀ ਗੱਲ ਕਰਦੇ ਹਾਂ ਜੀ, ਇਹ ਪੁੰਛ ਦੇ ਰਹਿਣ ਵਾਲੇ ਰਹਿ ਵਿੱਚ ਜੀ, ਇੱਥੇ ਆਏ ਆ ਤੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਚ ਰਹੇ ਨੇ। ਉਹਦੇ ਸ਼ਾਇਦ ਪ੍ਰਧਾਨ ਕੇ ਵਾਈਸ ਪ੍ਰਧਾਨ ਦੇ ਉਹਦੇ ਤੇ ਰਹੇ ਨੇ, ਜਨਰਲ ਸੈਕਟਰੀ ਵੀ ਰਹੇ ਨੇ, ਆਪ ਤੋਂ ਜ਼ਿਆਦਾ ਜਨਰਲ ਸੈਕਟਰੀ ਦੇ ਜਿਸ ਰਹੇ ਨੇ। ਭਾਗ ਸਿੰਘ ਅਣਖੀ ਨੇ ਸਿੱਖੀ ਨੂੰ ਸਮਰਪਿਤ ਸੀ, ਸ਼ੁਰੂ ਤੋਂ ਅੰਮ੍ਰਿਤ ਛਕਿਆ ਸੀ ਤੇ ਇਹਨਾਂ ਡਿਪਲੋਮਾ ਕੀਤਾ ਸੀ ਸਿਵਲ ਇੰਜੀਨੀਅਰਿੰਗ ਜੀ। ਜਦੋਂ ਇਹ ਇੱਥੇ ਆਏ ਤੇ ਨਿਰਮਲ ਸਿੰਘ ਤੇ ਇਹ ਦੋਵੇਂ ਇਕੱਠੇ ਮਿਲੇ ਨੇ ਆਪਸ। ਇਹਨਾਂ ਨੇ ਸਭ ਤੋਂ ਪਹਿਲਾ ਠੇਕਾ ਬ੍ਰਹਮ ਬੂਟਾ ਮਾਰਕੀਟ ਦੇ ਵਿੱਚ ਲਿਆ ਜੀ। ਬ੍ਰਹਮ ਬੂਟਾ ਦੇ ਜਿਹੜੇ ਬਾਬੇ ਸੀ, ਉਹਦਾ ਨਾਮ ਨੂੰ ਭੁੱਲ ਗਿਆ, ਪਿੱਛੇ ਤੇ ਡੈਥ ਹੋ ਗਈ ਸੀ ਉਹਨਾਂ ਦੀ। ਉਹਨਾਂ ਨੂੰ ਕਹਿਣ ਲੱਗੇ ਜੀ, ਟੋੜਾ ਸਾਹਿਬ ਨੂੰ ਕਹਿ ਕੇ ਉਹਨਾਂ ਕਿਹਾ ਜੀ ਇਹਨੂੰ ਠੇਕਾ ਦਿਓ, ਤੁਸੀਂ ਤੁਹਾਡੀ ਮਾਰਕੀਟ ਬਣ ਰਹੀ ਜੀ। ਉਹਨਾਂ ਕਿਹਾ ਵੀ ਕਾਕਾ ਦੱਸ ਵੀ ਇਹਦਾ ਜਿਹੜਾ ਠੇਕਾ ਵਾ ਕਮਰੇ ਤੱਕ ਨਾ ਬਣੂਗਾ। ਜਿਹੜਾ ਠੇਕੇਦਾਰ ਸੀ ਉਹਦੇ ਨਾਲੋਂ ਉਹ ਸਿਰਫ ਤੇ ਸਿਰਫ ਤੀਜੇ ਹਿੱਸੇ 'ਚ ਬਣਾਉਂਦੇ ਸੀ ਜੀ। ਉਹ ਕਹਿੰਦਾ ਕਾਕਾ ਉਹਦੇ ਇੰਨੇ ਪੈਸੇ ਨੇ ਤੁਸੀਂ ਕਿਵੇਂ ਕਰ ਲੋਗੇ? ਕਹਿੰਦੇ ਕਰਾਂਗੇ, ਉਹਦਾ ਕੰਮ ਸ਼ੁਰੂ ਕਰੋ, ਕਿਸੇ ਵੀ ਕੋਈ ਨਹੀਂ ਵੇਖਦੇ। ਉਹਨੇ ਜਿਹੜਾ ਮਾਲਕ, ਉਹਨੇ ਪੂਰੀ ਨਿਗਰਾਨੀ ਕੀਤੀ ਤੇ ਉੱਥੋਂ ਇਹਨਾਂ ਦੀ ਲਾਗ ਲੱਗੀ। ਇਹਨਾਂ ਦੋਵਾਂ ਚਾਰੇ ਨੇ ਸਿੱਝੇ ਫਿਰ ਕਰਦੇ ਫਿਰ ਸ਼੍ਰੋਮਣੀ ਠੇਕੇ ਲੈਣੇ ਸ਼ੁਰੂ ਕਰ ਦਿੱਤੇ ਜੀ। ਸ਼੍ਰੋਮਣੀ ਕਮੇਟੀ ਤੋਂ ਫਿਰ ਸਰਕਾਰੀ ਠੇਕੇ ਲੈਣੇ ਸ਼ੁਰੂ ਕਰਤੇ। ਇਹਨਾਂ ਨੂੰ ਲਾਗ ਉਸ ਬ੍ਰਹਮ ਬੂਟਾ ਮਾਰ ਤੋਂ ਲੱਗੀ। ਸ਼੍ਰੋਮਣੀ ਕਮੇਟੀ ਚੋਂ ਠੇਕੇ ਲਏ, ਇਹਨਾਂ ਨੇ ਉਹ ਵੀ ਪੈਸੇ ਕਮਾਏ। ਉੱਥੋਂ ਹੀ ਫਿਰ ਸਿੱਖ ਸੰਸਥਾਵਾਂ 'ਚ ਇਹਨਾਂ ਦੀ ਨੇੜਤਾ ਵਧੀ ਤੇ ਇਹ ਚੀਫ ਖਾਲਸਾ ਦੀਵਾਨ ਦੇ ਵਿੱਚ 1970 ਦੇ ਵਿੱਚ ਕਰੀਬ ਮੈਂਬਰ ਬਣੇ ਨੇ ਜੀ। ਉਦੋਂ ਕੀ ਇਹ ਜਿਹੜੀ ਖਾਲਸਾ ਕਾਲਜ ਦੀ ਮੈਨੇਜਮੈਂਟ ਕਮੇਟੀ ਉਹਦੇ ਵੀ ਮੈਂਬਰ ਬਣੇ ਨੇ। ਖਾਲਸਾ ਕਾਲਜ ਮੈਂਬਰ ਜਿਹੜੀ ਖਾਲਸਾ ਕਾਲਜ 2 ਅਹੁਦੇ ਹੁੰਦੇ ਜੀ, ਇੱਕ ਪ੍ਰਧਾਨ ਦਾ ਹੁੰਦਾ, ਇੱਕ ਆਨਰੀ ਸਕੱਤਰ ਦਾ ਹੁੰਦਾ। ਲੇਕਿਨ ਵਰਕਿੰਗ ਸਾਰੀ ਆਨਰੀ ਸਕੱਤਰ ਦੀ ਹੁੰਦੀ ਹੈ ਜੀ। ਤੇ ਇਹਨਾਂ ਨੇ ਐਜ ਏ ਆਨਰੀ ਸਕੱਤਰ ਦੀ ਭੂਮਿਕਾ ਨਿਭਾਈ। ਕੋਈ ਚੈੱਕ ਤੇ ਸਾਈਨ ਹੋਏ, ਬਿੱਲ ਪਾਸ ਕਰਨੇ, ਸਾਰੀ ਉਹ ਆਨਰੀ ਸਕੱਤਰ ਕੋਲ ਪਾਵਰ ਹੁੰਦੀ ਹੈ। ਪ੍ਰਧਾਨ ਤਾਂ ਸਿਰਫ ਉਹਨਾਂ ਦਾ ਹੁੰਦੇ ਵੀ ਉਹ ਕਹਦੀ ਆਪਾਂ ਵੀ ਦਰਸ਼ੀ ਸਿੰਘ ਹੀ ਹੁੰਦਾ। ਉਹਦੇ ਵਿੱਚ ਜਿਹੜੀ ਅੱਗੇ ਚੱਲ ਜਾਂਦੇ ਆਪਾਂ ਚੀਫ ਖਾਲਸਾ ਦੀਵਾਨ ਦੇ ਵਿੱਚ ਜੀ। ਚੀਫ ਖਾਲਸਾ ਦੀਵਾਨ ਦੀ ਵੀ ਇੱਟ ਨਾ ਇੱਕ ਇੱਟ ਨੂੰ ਪਤਾ ਕਿੱਥੇ ਕਿਵੇਂ ਲੱਗੀ ਤੇ ਟੇਢੀ ਲੱਗੀ, ਸਿੱਧੀ ਲੱਗੀ ਹੈ, ਕਿਉਂਕਿ ਕੋਲ ਖੁੱਲ ਕੇ ਕੰਮ ਸਾਰਾ ਕਰਾਇਆ ਆਪ ਠੇਕੇਦਾਰ ਜੀ। ਮੁੜ ਕੇ ਇਹ ਚੱਡੇ ਦੇ ਨਾਲ ਜਿਹੜਾ ਸੀ ਬਕਾਇਦਾ ਤੌਰ ਤੇ ਇੱਥੇ ਵੀ ਆਨਰੀ ਸਕੱਤਰ ਰਿਹਾ, ਉੱਥੇ ਬੜਾ ਕੰਮ ਕੀਤਾ ਇਹਨੇ ਜੀ। ਕਈ ਸੰਸਥਾਵਾਂ ਖੋਲੀਆਂ ਨੇ, ਬੜਾ ਕੁਛ ਕੀਤਾ। ਫਿਰ ਚੱਡੇ ਨਾਲ ਬਣੀ ਨਹੀਂ ਇਹਨਾਂ ਦੀ। ਚੱਡੇ ਨੇ ਇਹਨਾਂ ਨੂੰ ਬਕਾਇਦਾ ਤੌਰ ਤੇ ਦੀਵਾਨ ਦੇ ਵਿੱਚੋਂ ਕੱਢ ਦਿੱਤਾ। ਮੈਨੂੰ ਯਾਦ ਉਦੋਂ ਅਕਾਲ ਤਖਤ ਤੇ ਮਾਮਲਾ ਗਿਆ ਸੀ ਚੱਡੇ ਦਾ ਤੇ ਇਹਨਾਂ ਦਾ ਜੀ। ਚੱਡੇ ਨੂੰ ਸਿਰਫ ਵਿਰੋਧੀ ਧਿਰ ਨੇ ਕੇ ਲਾਇਆ ਸੀ ਵੀ ਸਿਰਫ ਉਹ ਲਈ ਵੀ ਜਦੋਂ ਬੰਦਾ ਸਰਮਾਏਦਾਰ ਆ ਜੀ ਤੇ ਇਹ ਜਾ ਕੇ ਗੱਲ ਕਰ ਸਕਦਾ ਵਾ। ਲੇਕਿਨ ਉਹਨੂੰ ਇਹੋ ਜਿਹਾ ਪ੍ਰਧਾਨਗੀ ਦਾ ਚਸਕਾ ਪਿਆ। ਮੁੜ ਕੇ ਉਹਨੇ ਕਿਹਾ ਜੀ ਮੈਂ ਤੁਹਾਨੂੰ ਜਿੰਦੇ ਜੀਵਨ ਦੇ ਪ੍ਰਧਾਨ ਰਹਿਣਾ ਵਾ। ਉਹਨੇ ਆਪਣੇ ਸਾਰੇ ਰਿਸ਼ਤੇਦਾਰ ਕੀ ਸੰਵਿਧਾਨ ਚੇਂਜ ਕਰਤਾ, ਰਿਸ਼ਤੇਦਾਰ ਸਾਰੇ ਮੈਂਬਰ ਬਣਾਤੇ ਉਹਨੇ ਜੀ। ਜਿਹਦੀ ਮੈਂਬਰਾਂ ਦੀ ਗਿਣਤੀ 300 ਸੀ ਉਹ 550 ਤੱਕ ਲੈ ਗਿਆ ਜੀ। ਮਤਲਬ ਉਹਨੇ ਕਹਿਤਾ ਸੀ ਵੀ ਵੇਖੋ ਜੀ ਮੈਂ ਇੱਥੋਂ ਪ੍ਰਧਾਨਗੀ ਲੈ ਸਕਦਾ, ਲੇਕਿਨ ਰੱਬ ਬੜਾ ਬੇਨਤਾ, ਉਹਨੇ ਹਾਲਾਤ ਇਹੋ ਜਿਹੇ ਪਤਾ ਕਰਤੇ ਵੀ ਚੱਡਾ ਸਾਨੂੰ ਆਪ ਜਾਣਾ ਪਿਆ ਜੀ।
ਉਦੋਂ ਫਿਰ ਅਣਖੀ ਸਾਹਿਬ ਨੇ ਜਿਹੜੇ ਸੀ ਉਦੋਂ ਪਹਿਲਾਂ ਇਹਨਾਂ ਨੂੰ ਜਦੋਂ ਵਿਰੋਧ ਕੀਤਾ ਜੱਥੇਦਾਰ ਵੀ ਤੇਰੀ ਕਾਬਲੀਅਤ ਸੰਤੁਸ਼ਟ ਦੀ, ਉਹਨੇ ਇਹਨਾਂ ਨੂੰ ਫਾਰਗ ਕਰਤਾ। ਕਾਫੀ ਦੇਰ ਫਾਰਗ ਰਹੇ ਇਹਨਾਂ ਦੇ ਵਿੱਚ ਜੀ। ਜਦੋਂ ਖਾਲਸਾ ਕਾਲਜ ਨੂੰ ਯੂਨੀਵਰਸਿਟੀ ਬਣਾਉਣ ਦੀ ਗੱਲ ਚੱਲਦੀ ਉਸ ਇਮਾਰਤ ਤੋਂ, ਉਸ ਟਾਈਮ ਦੇ ਉੱਤੇ ਵੀ ਇਹਨਾਂ ਨੇ ਉੱਥੇ ਵਿਰੋਧ ਕੀਤਾ ਸੀ। ਇਹ ਲੋਕਾਂ ਦੇ ਹੱਕ ਤੇ ਟੀਚਰ ਹੱਕ ਦੇ ਉੱਤੇ ਵੀ ਤੁਸੀਂ ਗਲਤ ਕਰ ਰਹੇ ਹੋ, ਖਾਲਸਾ ਕਾਲਜ ਨੂੰ ਖਾਲਸਾ ਕਾਲਜ ਰਹਿਣ ਦਿਓ ਜੀ। ਆਪਣੇ ਕੋਲੇ ਘੱਟੋ ਘੱਟ 300-400 ਏਕੜ ਜ਼ਮੀਨ ਹੋਰ ਹੈਗੀ ਵੱਖ-ਵੱਖ ਜਗ੍ਹਾ ਤੇ, ਉੱਥੇ ਆਪਾਂ ਯੂਨੀਵਰਸਿਟੀ ਬਣਾ ਲਈਏ। ਲੇਕਿਨ ਉਦੋਂ ਵੀ ਭਾਗ ਸਿੰਘ ਅਣਖੀ ਹੋਰਾਂ ਨੂੰ ਉੱਥੋਂ ਕੱਢ ਦਿੱਤਾ ਗਿਆ, ਲੇਕਿਨ ਉਹਨਾਂ ਨੇ ਜਾ ਕੇ ਕਿਹਾ ਮੈਨੂੰ ਰੱਖੋ ਤੁਸੀਂ, ਕੋਈ ਗੱਲ ਨਹੀਂ ਕਰਤਾ। ਫਿਰ ਕਿਹਾ ਮੈਂ ਜਨਤਾ ਨਾਲ ਖੜਾ ਸੀ, ਮੈਂ ਸਹੀ ਗੱਲ ਕੀਤੀ ਸੀ, ਮੈਂ ਅੱਜ ਵੀ ਉੱਥੇ ਖੜਾ ਹਾਂ, ਮੈਂ ਭੱਜਿਆ ਨਹੀਂ ਉੱਥੋਂ। ਹੁਣ ਜਦੋਂ ਫਿਰ ਨਿਰਮਲ ਸਿੰਘ ਹੋਰੀ ਪ੍ਰਧਾਨ ਬਣੇ, ਨਿਰਮਲ ਸਿੰਘ ਹੋਰਾਂ ਦੀ ਤੇ ਭਾਗ ਸਿੰਘ ਅਣਖੀ ਦੀ ਕੋਠੀ ਬਿਲਕੁਲ ਨਾਲੋਂ ਨਾਲ, ਤੇ ਇਹਨਾਂ ਦਾ ਸ਼ੁਰੂ ਤੋਂ ਇੱਕ ਗੇਟ ਅੰਦਰ ਵੀ ਹੁੰਦਾ ਸੀ, ਕੰਧ ਪਾਟੀ ਨਿਕਲ ਅੰਦਰ ਗੇਟ ਹੁੰਦਾ ਸੀ ਜੀ। ਜਦੋਂ ਮਰਜ਼ੀ ਇੱਕ ਦੂਜੇ ਦੇ ਘਰ ਚਲੇ ਜਾਂਦੇ ਸੀ, ਆ ਜਾਂਦੇ ਸੀ, ਕਾਫੀ ਕੁਝ ਇਕੱਠਾ ਸੀ ਇਹਨਾਂ ਦਾ। ਉਹਦੇ ਵਿੱਚ ਨਿਰਮਲ ਸਿੰਘ ਦੇ ਨਾਲ ਜਦੋਂ ਨਿਰਮਲ ਸਿੰਘ ਵੀ ਆਏ, ਫਿਰ ਇਹਨਾਂ ਦੀ ਮੈਂਬਰਸ਼ਿਪ ਬਹਾਲ ਕੀਤੀ ਗਈ ਜੀ। ਇਹ 3 ਮੈਂਬਰ ਸੀਗੇ, ਇੱਕ ਸੋਧ ਜਿਹੜੇ ਵਾਈਸ ਚਾਂਸਲਰ ਹਰਵਿੰਦਰ ਸਿੰਘ ਸੋਧ ਜਿਹੜੇ ਵਾਈਸ ਚਾਂਸਲਰ ਰਹੇ ਨੇ ਗੁਰੂ ਨਾਨਕ ਯੂਨੀਵਰਸਿਟੀ ਦੇ, ਖਾਲਸਾ ਕਾਲਜ ਦੇ ਪ੍ਰਿੰਸੀਪਲ ਰਹੇ ਨੇ ਜੀ। ਇੱਕ ਗਿਆਨੀ ਮਹਿੰਦਰ ਸਿੰਘ ਜਿਹੜੇ ਬੜੇ ਚਰਚਿਤ ਸੈਕਟਰੀ ਹੁੰਦੇ ਸੀ ਐਸਜੀਪੀਸੀ ਦੇ, ਉਹਨਾਂ ਦੇ ਬੇਟੇ ਅਵਤਾਰ ਸਿੰਘ, ਇੱਕ ਅਣਖੀ ਸਾਹਿਬ, ਇਹਨਾਂ ਤਿੰਨਾਂ ਦੀ ਮੈਂਬਰਸ਼ਿਪ ਰੱਦ ਕੀਤੀ ਸੀ ਜੀ। ਉਹ ਫਿਰ ਜਦੋਂ ਨਿਰਮਲ ਸਿੰਘ ਜੀ ਪ੍ਰਧਾਨ ਬਣੇ, ਫਿਰ ਦਬਾਅ ਪਾਇਆ ਗਿਆ ਤੇ ਇਹਨਾਂ ਤਿੰਨਾਂ ਦੀ ਜਿਹੜੀ ਸੀ ਮੈਂਬਰਸ਼ਿਪ ਬਹਾਲ ਕੀਤੀ। ਅਣਖੀ ਸਾਹਿਬ ਨੇ ਸਿਰਫ ਇੱਥੇ ਕੰਮ ਨਹੀਂ ਕੀਤਾ ਜੀ, ਯਤੀਮ ਖਾਨੇ ਦੀ ਜਿੰਨੀ ਇਮਾਰਤ ਨਵੀਂ ਬਣੀ ਉਹ ਅਣਖੀ ਸਾਹਿਬ ਨੇ ਬਣਾਈ ਜੀ, ਹੱਥੀਂ ਬਣਾਈ ਹੈ। ਬਕਾਇਦਾ ਤੌਰ ਤੇ ਰਿਸ਼ਤੇਦਾਰ ਯਾਰਾਂ ਦੋਸਤਾਂ ਛੱਡ ਕੇ, ਤੂੰ ਰਿਸ਼ਤੇਦਾਰਾਂ ਨੂੰ ਪੈਸੇ ਦਿੰਦੇ ਸੀ, 3 ਲੱਖ ਤੂੰ ਦੇ 3 ਲੱਖ ਤੂੰ ਦੇ, ਪਿਆ ਕਮਰਾ ਪਾਉਣਾ ਹੀ, ਆਹ ਮਹਾਲ ਪਾਉਣੀ ਹੈ, ਤੇਰੀ ਜਿੰਮੇਵਾਰੀ ਤੂੰ ਆਹ ਕਰਦੇ ਜੀ। ਹੁਣ ਵੀ ਉਹ ਆਖਰੀ ਦਮ ਤੱਕ ਜਿਹੜਾ ਸੀ ਉਹ ਬਕਾਇਦਾ ਤੌਰ ਤੇ ਯਤੀਮ ਖਾਨੇ ਦੀ ਸੇਵਾ ਕਰਦੇ ਰਹੇ, ਤੇ ਉੱਥੇ ਬੱਚੇ ਵੀ ਪੜ੍ਹਾਉਂਦੇ ਰਹੇ, ਉਹਨਾਂ ਨੂੰ ਕੀਰਤਨ ਵੀ ਸਿਖਾਉਂਦੇ ਰਹੇ, ਉਹਨਾਂ ਦਾ ਜਿਹੜਾ ਖਾਣੇ ਪਾਣੀ ਦਾ ਵਧੀਆ ਪ੍ਰਬੰਧ ਵੀ ਕਰਦੇ ਰਹੇ, ਉਹਨਾਂ ਨੂੰ ਕੰਪਿਊਟਰ ਵੀ ਲੈ ਕੇ ਦਿੱਤੇ ਗਏ, ਉਹਨਾਂ ਕਈਆਂ ਨੂੰ ਲੈਪਟਾਪ ਵੀ ਲੈ ਕੇ ਦਿੱਤੇ ਗਏ, ਬੱਚੇ ਤੁਸੀਂ ਪੜ੍ਹੋ ਤੇ ਪ੍ਰਵਾਨ ਚੜੋ ਜੀ। ਜਿਹੜੇ ਭਾਈ ਬਲਦੇਵ ਸਿੰਘ ਰਾਗੀ ਜਿਹੜੇ ਵਡਾਲਾ ਸੁਣਦੇ ਨੇ ਸਿੱਖ ਸਰਬੰਧਰ ਵਾਲੇ ਜੀ, ਉਹ ਯਤੀਮ ਖਾਨੇ ਦੀ ਇਹਨਾਂ ਦੀ ਪੈਦਾਇਸ਼ ਜੀ, ਜਿਹੜਾ ਟੌਪ ਦਾ ਰਾਗੀ ਬਣਿਆ ਮੁੜ ਕੇ। ਇਸ ਕਰਕੇ ਭਾਗ ਸਿੰਘ ਅਣਖੀ ਨੂੰ ਦੇਣ ਬੜੀ ਆ, ਲੇਕਿਨ ਅਖੀਰ ਦੇ ਉੱਤੇ ਇੱਕ ਗਲਤੀ ਕਰ ਗਏ ਜੀ। ਗਲਤੀ ਇਹ ਕਰ ਗਏ ਕਿ ਜਦੋਂ ਨਿਰਮਲ ਸਿੰਘ ਹੋਰੀ ਬਿਮਾਰ ਸੀਗੇ ਜੀ, ਉਹ ਆਪਾਂ ਜਿਹੜੇ ਸੀ ਹਾਰਟ ਦੀ ਪ੍ਰੋਬਲਮ ਸੀ, ਲੁਧਿਆਣੇ ਸਟੰਟ ਪਾਉਣ ਵਾਸਤੇ ਗਏ ਸੀਗੇ। ਅੱਛਾ ਜੀ। ਚੈੱਕ ਕਰਾਉਣ ਗਏ ਸੀ, ਡਾਕਟਰ ਨੇ ਕਹਿਤਾ ਵੀ ਤੁਹਾਡੀ ਬਲੌਕੇਜ ਹੈਗੀ ਆ, ਆਰਟਰੀ ਬਲੌਕ ਆ। ਉਹਨਾਂ ਨੇ ਐਡਮਿਟ ਕਰ ਲਿਆ। ਇਹ ਉੱਥੇ ਗਏ ਤੇ ਉਹਨੂੰ ਕਹਿੰਦੇ ਵੀ ਤੂੰ ਤੇ ਬਿਮਾਰ ਸ਼ਮਾਰ ਰਹਿੰਦਾ ਤੇ ਤੂੰ ਮੈਨੂੰ ਆਪਣੀ ਪਾਵਰ ਡੈਲੀਗੇਟ ਕਰ ਦੇ। ਅੱਛਾ ਜੀ। ਉਹ ਕਹਿੰਦਾ ਜੀ ਮੈਂ 2-4 ਦਿਨ ਮੇਰੇ ਸਟੰਟ ਪੈ ਗਏ, ਮੈਂ ਵਾਪਸ ਆਇਆ, ਤੁਸੀਂ ਮੈਨੂੰ ਕਿਉਂ ਇਹ ਗੱਲ ਕਹਿੰਦੇ ਜੀ? ਪਰ ਉਹਨਾਂ ਨੂੰ ਧੱਕਾ ਲੱਗਾ ਇਸ ਗੱਲ ਦਾ। ਅੱਛਾ ਜੀ। ਇਹ ਬੰਦਾ ਸਿਰਫ ਸੱਤਾ ਦਾ ਭੁੱਖਾ, ਇੰਨੀ ਗੱਲ ਸੀ ਜਿਵੇਂ ਡੈਲੀਗੇਟ ਕਰਦੇ। ਇਹਨਾਂ ਨੇ ਬਕਾਇਦਾ ਤੌਰ ਤੇ ਉੱਥੋਂ ਦੀ ਜਿਹੜੀ ਹੈਗੀ ਸੀ ਮੈਨੇਜਮੈਂਟ ਕਮੇਟੀ, ਉੱਥੋਂ ਦੀ ਉਹਨੂੰ ਕਹਿੰਦੀ ਮਤਾ ਪਾਓ ਮੇਰੇ ਹੱਥ ਦੇ ਵਿੱਚ ਜੀ, ਇਹਦੇ ਕੋਲ ਸਾਈਨ ਕਰਾਓ। ਹੁਣ ਇਹ ਨਹੀਂ ਸੀ ਪਤਾ ਹੁਕਮ ਕੀ ਆ। ਨਿਰਮਲ ਸਿੰਘ ਤੇ ਕਾਜੀ ਬਾਜੀ ਘਰ ਆ ਗਏ ਆ, ਤੇ ਅਣਖੀ ਹੋਈ ਜਿਹੜੇ ਸੀ ਦੁਨੀਆ ਤੋਂ ਚਲੇ ਗਏ ਨੇ। ਫਿਰ ਵੀ ਜੋ ਕਹੀਏ ਉਹਨਾਂ ਦੀ ਬੜੀ ਵੱਡੀ ਦੇਣ ਆ, ਸੰਸਥਾਵਾਂ ਨੂੰ ਬਣਾਉਣ ਚ ਦੇਣ ਆ, ਬੱਚੇ ਪੜਾਉਣ ਚ ਦੇਣ ਆ, ਯਤੀਮ ਖਾਨੇ ਨੂੰ ਪ੍ਰਵਾਨ ਚ ਦੇਣ ਬੜੀ ਉਹਨਾਂ ਦੀ ਹੈਗੀ। ਬੜਾ ਕੰਮ ਕੀਤਾ ਜ਼ਿੰਦਗੀ ਦੇ ਵਿੱਚ ਉਹਨਾਂ ਨੇ। ਉਹ ਗੁਰੂ ਗ੍ਰੰਥ ਤੇ ਗੁਰੂ ਪਾਤ ਨੂੰ ਸਮਰਪਿਤ ਰਹੇ ਨੇ ਜੀ। ਜੀ ਮੈਂ ਇੱਕ ਚੀਜ਼ ਗੱਲ ਕਰਦਾ ਜੀ, ਜਦੋਂ ਮੈਂ ਖਾਲਸਾ ਕਾਲਜ ਨੂੰ ਖਾਲਸਾ ਯੂਨੀਵਰਸਿਟੀ ਬਣਾਉਣ ਲੱਗੇ ਸੀ ਨਾ ਜੀ, ਗੱਲ ਕਹਿਣੀ ਚਾਹੀਦੀ ਉਦੋਂ ਮੌਕੇ ਦੇ ਉੱਤੇ, ਇਸ ਯੂਨੀਵਰਸਿਟੀ ਨੂੰ ਰੋਕਣ ਦੇ ਵਿੱਚ ਮੇਰੀ ਰਿਪੋਰਟ ਨੇ ਬਹੁਤ ਵੱਡਾ ਜਿੱਥੇ ਰੋਲ ਪਲੇ ਕੀਤਾ ਸੀ, ਉਸ ਦੇ ਵਿੱਚ ਮੈਨੂੰ ਫੀਡਬੈਕ ਦੇਣ ਦੇ ਵਿੱਚ ਵੀ ਅਣਖੀ ਸਾਹਿਬ ਦਾ ਬਹੁਤ ਵੱਡਾ ਯੋਗਦਾਨ ਸੀ ਜੀ। ਜੀ 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 ਜੀ। ਸੋ ਇਹਨਾਂ ਨੇ ਮੇਰੀ ਇੰਨੀ ਮਦਦ ਕੀਤੀ, ਮੈਨੂੰ ਮਜੀਠੀਆ ਸਾਹਿਬ ਜਿਹੜੇ ਬੋਲਣ ਨੂੰ ਤਿਆਰ ਨਹੀਂ ਸੀ ਕੈਮਰੇ ਦੇ ਉੱਤੇ, ਉਹਨਾਂ ਨੂੰ ਕਹਿ ਕੇ ਮੈਨੂੰ ਬੁਲਾਇਆ ਇਹਨਾਂ ਨੇ। ਬਿਲਕੁਲ ਬਿਲਕੁਲ ਬਿਲਕੁਲ। ਸੋ ਅੱਜ ਚਲੇ ਗਏ ਨੇ ਆਪਦੀ ਉਮਰ ਭੋਗ ਕੇ, ਚਲੋ ਅਸੀਂ ਉਹਨਾਂ ਨੂੰ ਸ਼ਰਧਾਂਜਲੀ ਦੇ ਫੁੱਲ ਭੇਂਟ ਕਰਦੇ ਹਾਂ। ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਤੇ ਰਾਜੇ ਵੜਿੰਗ ਨੂੰ ਕੀ ਹੋਇਆ ਖੜਾ ਜੀ? ਉਹ ਕਹਿੰਦੇ ਮਾਨ ਤੇ ਕਹਿੰਦਾ ਪਰਚਾ ਦਰਜ ਰੱਦ ਕਰਵਾਊਂਗਾ ਮੈਂ, ਤੇ ਉਧਰ ਜਿਹੜਾ ਇਹ ਡੇਰੇ ਵਾਲੇ ਨੇ ਉਹ ਵੀ ਸਾਹਮਣੇ ਆਏ ਨੇ ਕੁਝ ਬਿਆਨ ਲੈ ਕੇ। ਦੇਖੋ ਜੀ, ਪਹਿਲੀ ਗੱਲ ਤੇ ਇਹ ਆ ਵੀ ਉਹ ਪਰਚਾ ਜਿਹੜਾ ਪਰਚਾ ਕਰਾਉਣ ਦੇ ਵਿੱਚ ਜਿਹੜੀ ਜਲੰਧਰ ਦੀ ਕਿਸੇ ਸੰਸਥਾ ਦਾ ਕੋਈ ਹੱਥ, ਉਹ ਬਕਾਇਦਾ ਤੌਰ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀਆਂ, ਭੁਪਿੰਦਰ ਸਿੰਘ ਸ਼ੇਜੂਨ ਜੀ, ਤੇ ਦਮਦਮੀ ਟਕਸਾਲ ਵਾਲਾ ਜਿਹੜਾ ਭਾਈ ਰਣਜੀਤ ਸਿੰਘ ਹੋਣੀ ਜੀ, ਭਾਈ ਮਰੀਜ਼ ਸਿੰਘ ਅਜਨਾਲਾ, ਦਮਦਮੀ ਟਕਸਾਲ, ਇਹ ਸਾਰੇ ਗਏ।
ਇਹਨਾਂ ਨੇ ਜਾ ਕੇ ਮੋਰਚਾ ਲਾਇਆ ਤੇ ਇਹਨਾਂ ਦੀ ਸ਼ਿਕਾਇਤ ਦੇ ਉੱਤੇ ਬਕਾਇਦਾ ਤੌਰ ਤੇ ਪਰਮਜੀਤ ਸਿੰਘ ਅਕਾਲੀ ਆ ਉਹਨਾਂ ਬੜੇ ਸਿੱਖ ਯੂਥ ਆਫ ਜੀ ਪੰਜਾਬ ਵਿੱਚ ਬਣਾਈ ਉਹਨਾਂ ਜਥੇਬੰਦੀ ਇੱਕ ਉਹਦੇ ਇੱਕ 5 ਮੈਂਬਰੀ ਕਮੇਟੀ ਪ੍ਰਧਾਨ ਨਹੀਂ ਦਾ ਕੋਈ ਉਹਦੀ 5 ਮੈਂਬਰੀ ਕਮੇਟੀ ਆ ਕਾਰਜਸ਼ੀਲ ਜਿਹੜੀ ਹੈ ਉਹਦੇ ਮੈਂਬਰ ਨੇ ਜੀ ਪਰਮਜੀਤ ਸਿੰਘ ਅਕਾਲੀ ਦੀ ਸ਼ਿਕਾਇਤ ਤੇ ਪਰਚਾ ਦਰਜ ਹੋਇਆ 295 ਜੀ। ਹੁਣ ਰਾਜਾ ਵੜਿੰਗ ਨੇ ਇੰਨੀ ਗੱਲ ਕਹੀ ਹੈ ਵੀ ਵੇਖੋ ਜੀ ਇਹ ਗਲਤ ਪਰਚਾ ਦਰਜ ਹੋਇਆ ਉਹ ਤੇ ਪੰਜਾਬੀ ਦੀ ਸਮਰਪਿਤ ਬੜਾ ਕੁਛ ਹੈ ਜੀ ਜੀ। ਹੁਣ ਜੇ ਉਹ ਕਹਿੰਦਾ ਸਮਰਪਿਤ ਕਹੀ ਜਾਵੇ ਲੇਕਿਨ ਉਹਨਾਂ ਨੇ ਫਿਰ ਅੱਗੇ ਜਿਹੜਾ ਜਵਾਬ ਦੇ ਦਿੱਤਾ ਸਾਰਿਆਂ ਨੇ ਉਹਨਾਂ ਨੇ ਕਹਿ ਦਿੱਤਾ ਭਾਈ ਗੱਲ ਸੁਣ ਲਓ ਸਾਡੀ ਤੁਸੀਂ ਪਰਚਾ ਦੇ ਰੱਦ ਕਰਾਉਣ ਦੀ ਗੱਲ ਕਰਦੇ ਤੇ ਅਸੀਂ ਤੁਹਾਡੇ ਬੂਹੇ ਦੇ ਕੇ ਜਾ ਕੇ ਧਰਨੇ ਦੇ ਸੀ ਤੁਹਾਡਾ ਵੀ ਘਰਾਓ ਕਰ ਸਕਦੇ ਜੀ। ਉਹਨਾਂ ਬਿੱਟੂ ਨੂੰ ਵੀ ਤਾੜਨਾ ਕੀਤੀ ਵੀ ਤੂੰ ਜਥੇਬੰਦੀ ਦੇ ਖਿਲਾਫ ਬੋਲਣਾ ਤੇ ਜਿਹੜਾ ਤੇਰਾ ਪਿਛੋਕੜ ਪਹਿਲਾਂ ਫਰੋਲ ਜੀ ਤੇਰਾ ਪਿਛੋਕੜ ਕੀ ਹੈ ਤੇਰੀ ਜਿਹੜੀ ਲੀਡਰੀ ਉਹ ਖੱਫੜਾ ਚੋਂ ਨਿਕਲੀ ਹੈ ਉਹਨਾਂ ਪ੍ਰੈਸ ਜਾਰੀ ਕੀਤਾ ਬਕਾਇਦਾ ਤੌਰ ਤੇ ਅੱਜ ਜੀ। ਭਿੰਦਰ ਸਿੰਘ ਛੇਜੂ ਤੇ ਰਣਜੀਤ ਸਿੰਘ ਹਰਿਆਣਾ ਭੁਪਿੰਦਰ ਸਿੰਘ ਛੇਜੂ ਨੂੰ ਕਿਉਂ ਕਿ ਨਹੀਂ ਪਤਾ ਜੀ ਉਹਨੂੰ ਹਾਂਜੀ ਉਹ ਦੱਸੀ ਗੱਲ ਇੱਕ ਵਾਰੀ ਤੁਸੀਂ ਭੁਪਿੰਦਰ ਸਿੰਘ ਛੇਜੂ ਨੂੰ ਇਸ ਕਰਕੇ ਕਹਿੰਦੇ ਆ ਅੱਜ ਤੋਂ 4-5 ਸਾਲ ਪਹਿਲਾਂ ਦੀ ਗੱਲ ਸੀ ਕਿ ਸ਼ਿਵ ਸੈਨਾ ਵਾਲੇ ਕਹਿੰਦੇ ਸੀ ਅਸੀਂ ਜਿਹੜਾ ਸੰਤ ਭਿੰਡਰਾਂਵਾਲਾ ਦਾ ਛੇਜੂ ਨੂੰ ਪੁਤਲਾ ਸਾੜ ਜਦੋਂ ਕਿਰਪਾਨ ਲੈ ਕੇ ਮਗਰ ਪਿਆ ਸੀ ਕਿਰਪਾਨ ਤਾਂ ਫੜੀ ਨਹੀਂ ਕਿਰਪਾਨ ਕੱਢੀ ਨਹੀਂ ਉਹੀ ਪੈ ਗਿਆ ਜਕਾਰੇ ਬੁਲਾਇਆ ਸੀ ਦੂਰੋਂ ਉਹ ਤੁਹਾਨੂੰ ਕੱਲਾ ਹੀ ਭੱਜਿਆ ਤੋਂ 100 ਬੰਦਾ ਸਾਰੇ ਛੱਡ ਕੇ ਭੱਜ ਗਏ ਉੱਥੇ ਇੰਨੀ ਗੱਲ ਸੁਣ ਨਾ ਹੀ ਛੇਜੂ ਨੂੰ ਪਾਤਾ ਭੁਪਿੰਦਰ ਸਿੰਘ ਛੇਜੂ ਔਰ ਉਹਨਾਂ ਦਾ ਪ੍ਰੈਸ ਬਕਾਇਦਾ ਤੌਰ ਤੇ ਆ ਵੀ ਅਸੀਂ ਰਾਜਾ ਵੜਿੰਗ ਜਿਹੜਾ ਵਾ ਇਹ ਬੰਦੇ ਦਾ ਪੁੱਤ ਬਣੇ ਤੇ ਸਰਕਾਰ ਜਿਹੜੀ ਉਹ ਮਾਨ ਨੂੰ ਇਮੀਡੀਏਟਲੀ ਗ੍ਰਿਫਤਾਰ ਕਰੇ ਇਸ ਕੇਸ ਦੇ ਵਿੱਚ ਬਿਲਕੁਲ ਅਸੀਂ ਗੁਰੂ ਸਾਹਿਬ ਨਾਲ ਤੁਲਨਾ ਦੀ ਕਿਸੇ ਬਰਦਾਸ਼ਤ ਨਹੀਂ ਕਰਾਂਗੇ ਤੇ ਰਾਜੇ ਵੜਿੰਗ ਦੀ ਔਕਾਤ ਬਾਹਰ ਆ ਗਈ ਹੈ ਵੀ ਵਾਕਈ ਉਹ ਸਿੱਖ ਨਹੀਂ ਹੈ ਉਹਨੇ ਗੁਰੂ ਗ੍ਰੰਥ ਸਾਹਿਬ ਕੀ ਲੈਣਾ ਜੀ ਉਹਨੂੰ ਕੀ ਪਤਾ ਕੀ ਹੁੰਦਾ ਉਹਦੇ ਤੇ ਕਾਫੀ ਟਿੱਪਣੀਆਂ ਕੀਤੀਆਂ ਉਹਨਾਂ ਨੇ ਪ੍ਰੈਸ ਨੂੰ ਜਾਰੀ ਕੀਤਾ ਉਹਨਾਂ ਤੁਹਾਨੂੰ ਭੇਜ ਦੂੰਗਾ ਮੈਂ ਜੀ ਜੀ ਤੇ ਨਾਲ ਟਿੱਪਣੀ ਜਾਰੀ ਕੀਤੀਆਂ ਰਾਜਾ ਵੜਿੰਗ ਨੂੰ ਚਾਹੀਦਾ ਸੀ ਵੀ ਜੇ ਤੂੰ ਗੱਲ ਕਰਨੀ ਹੈ ਤੂੰ ਬੇਨਤੀ ਕਰ ਦਿੱਤੇ ਬੰਦੇ ਨੇ ਵੀ ਚਲੋ ਇੱਕ ਸਤਿਕਾਰ ਬਿਲਕੁਲ ਹਰੇਕ ਦਾ ਉਹਨੂੰ ਮਾਫੀ ਦਿੱਤੀ ਜਾਵੇ ਕੋਈ ਗੱਲ ਨਹੀਂ ਉਹਦੇ ਗੱਲ ਹੋ ਜਾਂਦੀ ਤੂੰ ਸਿੱਧਾ ਇੱਕ ਦਿਨ ਅਸੀਂ ਡੀਜੀਪੀ ਨੂੰ ਮਿਲਾਂਗੇ ਮੁੱਖ ਮੰਤਰੀ ਨੂੰ ਮਿਲਾਂਗੇ ਪਰਚਾ ਖਾਜ ਕਰਾਵਾਂਗੇ ਔਰ ਸਨਮਾਨਯੋਗ ਸ਼ਕਤੀ ਦੇ ਖਿਲਾਫ ਪਰਚਾ ਗਲਤ ਕੀਤਾ ਗਿਆ ਵਾਟ ਨਾਉਂਸੈਂਸ ਕਈ ਬੰਦਿਆਂ ਨੂੰ ਹੁੰਦਾ ਵੀ ਜਾਣ ਕੇ ਆਪ ਜਿਹੜੇ ਉਹ ਆਪਣੀ ਝੰਡੀ ਪਾਉਣ ਬਿਲਕੁਲ ਉਹ ਇਹਦਾ ਸਣੀ ਢਿੱਲੋਂ ਕਾਫੀ ਗਰੀਸ ਕਰਦਾ ਰਹਿੰਦਾ ਨਾ ਇਹਨੂੰ ਉੱਥੇ ਵੀਡੀਓ ਪਾ ਕੇ ਗਿੱਦੜ ਵਿੱਚ ਉਹ ਵੀ ਚੰਗਾ ਇਹਨੂੰ ਤੇਲ ਦਿੰਦਾ ਉਹ ਤੇ ਗਰੀਸ ਕਰਦਾ ਤੇ ਉਹ ਐਨ ਕਰਨਗੇ ਹੁਣ ਜਥੇਬੰਦੀਆਂ ਵਾਲੇ ਦੇਖੋ ਹੁਣ ਇਹਨੂੰ ਕੀ ਕਰਦੇ ਨੇ ਹਾਂਜੀ ਆਹ ਚੀਜ਼ ਹੈ ਪਰ ਸੋਚ ਸਮਝ ਕੇ ਬੋਲਣਾ ਚਾਹੀਦਾ ਸਾਰਾ ਕੁਝ ਬਿਲਕੁਲ ਮਾਮਲਾ ਜਿਹੜਾ ਬੜਾ ਕ੍ਰਿਟੀਕਲ ਹੈ ਜਿਹੜਾ ਮਾਮਲਾ ਧਾਰਨ ਤੇ ਹੁਣ ਆਪਾਂ ਗੱਲ ਕਰੀਏ ਨਸ਼ਿਆਂ ਵਾਲੀ ਰਿਪੋਰਟ ਜੀ ਉਹ ਕਿੱਥੇ ਕੜੀ ਖੜੀ ਹੈ ਜਿਹੜੀ ਜਨਤਕ ਹੋਣੀ ਸੀ ਦੇਖੋ ਜੀ ਨਸ਼ਿਆਂ ਵਾਲੀ ਰਿਪੋਰਟ ਤੇ ਸਾਰਾ ਦਿਨ ਅੱਜ ਮੀਡੀਆ ਕੀ ਸਾਰੇ ਲੋਕਾਂ ਕੀ ਸਾਰੇ ਨਿਗਾਹ ਚ ਹਾਈ ਕੋਰਟ ਤੇ ਲੱਗੀਆਂ ਸੀ ਅੱਜ ਉਹ ਰਿਪੋਰਟ ਖੁੱਲਣੀ ਹੈ ਸ਼ਾਮਾਂ ਤੱਕ ਲੋਕ ਉਡੀਕ ਕਰਦੇ ਰਿਪੋਰਟ ਖੁੱਲਣੀ ਜੀ ਲੇਕਿਨ ਸ਼ਾਮੀ ਉੱਥੋਂ ਮੈਸੇਜ ਆ ਗਿਆ ਕਿ ਡਾਕਟਰ ਜਿਹੜੇ ਜਸਟਿਸ ਤਿਵਾੜੀ ਨੇ ਉਹ ਛੁੱਟੀ ਤੇ ਚਲੇ ਗਏ ਤੇ ਉਹ ਇਹ ਰਿਪੋਰਟ ਅੱਜ ਨਹੀਂ ਖੁੱਲ ਸਕਦੀ ਤੇ ਅਗਲੀ ਤਰੀਕ ਪਾ ਦਿੱਤੀ ਗਈ ਅਗਲੀ ਤਰੀਕ ਇਸ ਕਰਕੇ ਪਏਗੀ ਕਿ ਇਸ ਬੈਂਚ ਦੀ ਤਿਵਾੜੀ ਬੈਂਚ ਜਿਹੜਾ ਵਾ ਇਹਨਾਂ ਦੀ ਵਾਰੀ ਸ਼ੁੱਕਰਵਾਰ ਦੇ ਸ਼ੁੱਕਰਵਾਰ ਹੁੰਦੀ ਹੈ ਤੇ ਹੁਣ ਅਗਲੇ ਸ਼ੁੱਕਰਵਾਰ ਬਕਾਇਆ ਤੌਰ ਤੇ ਇਹ ਜਿਹੜੀ ਖੁੱਲੇਗੀ ਆਪਣੀ ਰਿਪੋਰਟ ਖੁੱਲੇਗੀ ਫਿਰ ਪਤਾ ਲੱਗੇ ਕੀ ਅੱਜ 4:30 ਵਜੇ ਪ੍ਰੈਸ ਰੱਖੀ ਸੀ ਬਿਕਰਮ ਸਿੰਘ ਮਜੀਠੀਆ ਦੀ ਪੋਸੀਬਿਲਿਟੀ ਸੀ ਇਹਦੀ ਗੱਲ ਕਰੇਗਾ ਲੇਕਿਨ ਨਹੀਂ ਉਹ ਗੱਲਾਂ ਹੋਰ ਦੀਆਂ ਹੋਰ ਆਮ ਜਿਹੜੀ ਪੁਰਾਣੀਆਂ ਗੱਲਾਂ ਉਹੀ ਕਰਦੇ ਰਿਹਾ ਇਸ ਕਰਕੇ ਹਾਲ ਦੀ ਕੜੀ ਪੈਂਡਿੰਗ ਪੈ ਗਈ ਹੈ ਲੋਕਾਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਲੋਕ ਵੇਟ ਕਰਨਗੇ ਹੁਣ ਇੱਕ ਹਫ਼ਤੇ ਵਾਸਤੇ ਫਿਰ ਕਿ ਹਫ਼ਤੇ ਬਾਅਦ ਕੀ ਪਤਾ ਲੱਗਦਾ ਕੀ ਬਿੱਲੀ ਵਗਦੀ ਹੈ ਜੀ 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 ਬਿਲਕੁਲ ਜੀ ਤੇ ਅੱਗੇ ਗੱਲ ਕਰੀਏ ਮਾਲਵਿੰਦਰ ਮਾਲੀ ਦੇ ਅਸਤੀਫੇ ਦੀ ਜੀ ਉਹ ਤਾਂ ਕਹਿੰਦੇ ਨੇ ਕਿ ਨਾ ਮੈਂ ਇਹਨੂੰ ਕੋਈ ਨਿਯੁਕਤੀ ਪੱਤਰ ਸੀ ਨਾ ਮੇਰੀ ਤਨਖਾਹ ਸੀ ਹਾਂਜੀ ਤੇ ਕਹਿੰਦੇ ਮੈਂ ਅਸਤੀਫਾ ਥੋੜਾ ਇਹ ਕਹਿੰਦੇ ਮੈਂ ਟਲ ਗਿਆ ਮੈਂ ਹਟ ਗਿਆ ਚਲੋ ਨਹੀਂ ਸੀ ਹੈਗਾ ਉਹਨਾਂ ਵੱਲੋਂ ਡਿਕਲੇਅਰ ਕਰਨਾ ਵੀ ਮੈਂ ਆਪਣਾ ਉਸ ਤੋਂ ਹਟਦਾ ਜੀ ਲੇਕਿਨ ਉਹਨਾਂ ਲਿਖਿਆ ਅਸਤੀਫਾ ਹੀ ਹੈ ਜਿਹੜਾ ਅਖਬਾਰਾਂ ਨੇ ਲਿਖਿਆ ਉਹ ਅਸਤੀਫਾ ਹੀ ਲਿਖਿਆ ਜੀ ਅਸਤੀਫਾ ਦਿੱਤਾ ਜੀ ਉਹਨਾਂ ਦਿੱਤਾ ਜਾਂ ਨਹੀਂ ਦਿੱਤਾ ਇੱਕ ਅਲੱਗ ਮੈਟਰ ਜੀ ਲੇਕਿਨ ਉਹਨਾਂ ਨੇ ਕੁਛ ਜਿਹੜੀ ਲਿਖੀ ਆਪਣੀ ਇਬਾਦਤ ਲਿਖੀ ਆਪਣੇ ਫੇਸਬੁੱਕ ਤੇ ਉਹ ਬੜੀ ਜਿਹੜੀ ਲਿਖੀ ਉਹ ਲਿਖਦੇ ਨੇ ਜ਼ੁਬਾਨਬੰਦੀ ਲਾਗੂ ਕਰਵਾਉਣਾ ਫਾਸੀਵਾਦ ਦਾ ਮੁੱਢਾ ਹਥਿਆਰ ਹੁੰਦਾ ਹੈ ਦਿੱਲੀ ਦੇ ਪਾਰਲੀਮੈਂਟ ਸਟਰੀਟ ਥਾਣੇ ਵਿੱਚ ਮੇਰੀ ਜੰਮੂ ਕਸ਼ਮੀਰ ਸੰਬੰਧੀ ਪਾਈ ਫੇਸਬੁੱਕ ਨੂੰ ਆਧਾਰ ਬਣਾ ਕੇ ਮੇਰੇ ਖਿਲਾਫ ਭਾਜਪਾ ਦੇ ਕੌਮੀ ਬੁਲਾਰੇ ਆਰਤੀ ਸਿੰਘ ਤੇ ਭਾਰਤੀ ਜਨਤਾ ਯੁਵਾ ਮੋਰਚਾ ਦੇ ਕੌਮੀ ਸਕੱਤਰ ਨਾਲ ਲਿਖਿਆ ਚਰਚਿਤ ਗੁੰਡੇ
ਜੀ ਤੇਜਿੰਦਰਪਾਲ ਸਿੰਘ ਬੱਗਾ ਨੇ ਜੀ। ਰੋਜ਼ਾਨਾ ਡਾਇਰੀ ਰਿਪੋਰਟ, ਹਾਲੇ FIR ਨਹੀਂ ਹੋਈ, DDR ਜਿਹਨੂੰ ਕਹਿੰਦੇ ਆਪਾਂ, ਜੀ ਜੀ, ਤੇ ਪੁਲਿਸ ਨੇ ਕਾਨੂੰਨੀ ਪੱਖ ਤੋਂ ਇਹ ਬਣਨੀ ਕਰਨੀ ਵੀ ਨਹੀਂ ਦਰਜ ਕਰਵਾਈ ਹੈ ਜੀ। ਉਹ ਕਹਿੰਦੇ ਮੈਨੂੰ ਪੰਜਾਬ ਸਟੂਡੈਂਟ ਯੂਨੀਅਨ, ਜਿਸ ਦਾ ਮੈਂ ਜਨਰਲ ਸਕੱਤਰ ਵੀ ਰਿਹਾ ਹਾਂ, ਦੇ ਪਹਿਲੇ ਸ਼ਹੀਦ ਜਗਤਾਰ ਸਿੰਘ ਗੁਰੂਸਰ ਕਾਲਜ ਸੁਧਾਰ ਸੰਬੰਧੀ ਮਰਹੂਮ ਹਰਭਜਨ ਸਿੰਘ ਸੋਹੀ ਦੀ ਲਿਖੀ ਕਵਿਤਾ ਦੀਆਂ ਲਾਈਨਾਂ ਯਾਦ ਆ ਰਹੀਆਂ ਨੇ ਜੀ। ਹਰ ਮਿੱਟੀ ਦੀ ਆਪਣੀ ਖਸਲਤ, ਹਰ ਮਿੱਟੀ ਕੁੱਟਿਆ ਨਹੀਂ ਭੁਰਦੀ, ਹਰ ਫੱਟੜ ਮੱਥਾ ਨਹੀਂ ਝੁਕਦਾ ਜੀ। ਬੰਨ ਤਾਇਆ ਹਰ ਛਲ ਨਹੀਂ ਰੁਕਦੀ, ਹਰ ਜਿਉਂਦਾ ਦਿਲ ਬਾਗੀ ਹੋਊ, ਹਰ ਬਾਗੀ ਜਗਤਾਰ ਬਣੇਗਾ ਜੀ। ਕਵਿਤਾਵਾਂ ਦੇ ਇੱਕ ਮਹਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਕੁਝ ਸ਼ਬਦ ਨੇ ਜਿਹਨੇ ਲਿਖਿਆ, ਜੇਲਾਂ ਹੈਨ ਕਾਲਜ ਲੋਕ ਸੇਵਕਾਂ ਲਈ ਦਾਖਲ ਨੌਕਰੀ ਡਿਗਰੀਆਂ ਪਾ ਜਾਣਾ, ਇਹ ਇਮਤਿਹਾਨ ਫਸਟ ਕਲਾਸ ਵਿੱਚ ਪਾਸ ਕੀਤੇ ਹੋਏ ਨੇ, ਤੇ ਜੇ ਦਿੱਲੀ ਦਰਬਾਰ ਹੁਣ ਫਿਰ ਉਹੀ ਟੈਸਟ ਲੈਣ ਦੀ ਬਜਿੱਦ ਹੈ, ਤੇ ਪੰਜਾਬ ਦਾ ਇੱਕ ਵਾਰਸ ਹੋਣ ਦੇ ਨਾਤੇ ਪੂਰੀ ਤਰ੍ਹਾਂ ਤਿਆਰ ਹਾਂ। ਪੰਜਾਬ ਵੱਲੋਂ ਕਸ਼ਮੀਰ ਦੇ ਹੱਕ ਵਿੱਚ ਸਭ ਤੋਂ ਵੱਧ ਬੋਲਣ ਤੇ ਆਪਣੇ ਕਮਿਊਨਿਸਟ ਜਮਹੂਰੀ ਤੇ ਵਿਦਵਾਨ ਕੋਣ ਵਾਲਿਆਂ ਨੂੰ ਸ਼ਾਇਦ ਹੁਣ ਵਿਚਾਰਾਂ ਦੀ ਆਜ਼ਾਦੀ ਵਾਲਾ ਹੱਕ ਯਾਦ ਆ ਜਾਵੇ। ਜੀ ਜੀ ਜੀ, ਇਹ ਆਪਣੀ ਪੋਸਟ ਤੇ ਲਿਖਿਆ ਚਲੋ ਜੀ। ਆਪਾਂ ਕਾਲ ਲੈ ਲਈਏ ਜੀ, ਇੱਕ ਫਿਰ ਅੱਗੇ ਚੱਲਦੇ ਹਾਂ। ਸਤਿ ਸ਼੍ਰੀ ਅਕਾਲ ਜੀ, 9164 ਤੇ ਆਉਣੇ ਰਹੋ। ਸਤਿ ਸ਼੍ਰੀ ਅਕਾਲ ਦਾਨੇ ਵਾਲੇ ਸਾਹਿਬ, ਸਤਿ ਸ਼੍ਰੀ ਅਕਾਲ ਪੱਟੀ ਸਾਹਿਬ। ਸਤਿ ਸ਼੍ਰੀ ਅਕਾਲ। ਕੌਣ ਸਾ ਬੋਲਦੇ ਹੋ? ਮੈਂ ਅਜੀਤਪਾਲ ਸਿੰਘ ਬੋਲਦਾ ਜੀ, ਬਠਿੰਡੇ ਤੋਂ ਹੀ ਆ ਜੀ। ਦਾਨੇ ਵਾਲੀ ਸਾਹਿਬ, ਜਿਹੜਾ ਰਿਜ਼ਲਟ ਆਇਆ ਜੀ ਦਿੱਲੀ ਦਾ, ਇਹ ਮਤਲਬ ਇਹਨੇ ਹਰੇਕ ਸਿੱਖ ਨੂੰ ਨਮੋਸ਼ ਕੀਤਾ ਜੀ ਨੇ, ਬਹੁਤ ਮਜੂਸੀ ਵਾਲਾ ਰਿਜ਼ਲਟ ਆਇਆ ਜੀ ਇਹ ਜੀ। ਕਿਉਂਕਿ ਜੇ ਮਤਲਬ ਕਿ ਸਿੱਖਾਂ ਨੇ ਕੋਈ ਇਮਾਨਦਾਰ ਬੰਦਾ ਚੁਣਨਾ ਨਹੀਂ, ਜੇ ਜਾਂ ਕੋਈ ਇਮਾਨਦਾਰ ਬੰਦਾ ਅੱਗੇ ਆਉਂਦਾ ਨਹੀਂ, ਫਿਰ ਜਿਵੇਂ ਪੰਜਾਬ 'ਚ ਦੇਖੋ ਕਿੰਨੀ ਲੁੱਟ ਹੈ ਜੀ, SGPC ਦੇ ਵਿੱਚ, ਦਿੱਲੀ 'ਚ ਕਿੰਨੀ ਲੁੱਟ, ਸਾਰੇ ਸਿੱਖ ਨੂੰ ਪਤਾ ਇਸ ਬਾਰੇ, ਹੈ ਨਾ ਜੀ। ਤੇ ਫਿਰ ਏਦਾਂ ਕਿਵੇਂ ਚੱਲੂਗਾ ਜੀ? ਕੋਈ ਇਮਾਨਦਾਰ ਬੰਦਾ, ਉਹਨੂੰ ਅਸੀਂ ਵੋਟ ਨਹੀਂ ਪਾਉਣੀ ਹੈ ਜੀ, ਵੋਟ ਅਸੀਂ ਕਹਿੰਦੇ ਮਤਲਬ ਕਰਪਸ਼ਨ ਰੁਕੇ, ਹੈ ਨਾ ਜੀ। ਫਿਰ ਕਿਵੇਂ ਇਹ ਬੰਦ ਹੋਊਗਾ ਸਾਰਾ ਕੁਝ ਜੀ, ਹੈ ਨਾ ਜੀ। ਵੋਟ ਅਸੀਂ ਫੇਰ ਬਾਦਲ ਨੂੰ ਪਾਉਣੀ ਹੈ ਜੀ। ਜੀ, ਇਹਦੇ ਬਾਰੇ ਮੈਂ ਵਿਚਾਰ ਲੈਣੇ ਸੀ ਪੱਟੀ ਸਾਹਿਬ ਦੇ। ਦੋ ਗੱਲਾਂ ਕਹੀਆਂ, ਸ਼ਾਇਦ ਤੁਸੀਂ ਧਿਆਨ ਨਾਲ ਸੁਣੀਆਂ ਨਹੀਂ। ਪਹਿਲੀ ਗੱਲ ਤੇ ਇਹ ਆ ਵੀ ਜਿਹੜੀਆਂ ਵੋਟਾਂ ਐਤਕੀ 30 ਤੋਂ ਲੈ ਕੇ 35,000 ਕੈਂਸਲ ਹੋਈਆਂ, ਉਹਦਾ ਬੜਾ ਤਕੜਾ ਘਾਟਾ ਜੀ। ਜੇ ਉਹ ਨਾ ਕੈਂਸਲ ਹੁੰਦੀ ਹੈ ਤੇ ਸ਼ਾਇਦ 5-7 ਸੀਟਾਂ ਹੋਰ ਉਹਦੇ ਚਲੋ ਆ ਜਾਂਦੀਆਂ। ਦੂਸਰੀ ਗੱਲ ਤੁਹਾਡੀ ਠੀਕ ਆ ਕਿ ਉਹਨਾਂ ਨੇ ਬਾਦਲ ਦੇ ਉਮੀਦਵਾਰ ਇੰਨੇ ਕਿਉਂ ਜਿਤਾਏ, ਤੁਸੀਂ ਬਿਲਕੁਲ ਠੀਕ ਹੈ, 100% ਸ਼ੋਰ ਹੋ। ਲੇਕਿਨ ਉਹਨਾਂ ਪੈਸੇ ਵੀ ਵੰਡੇ, ਸ਼ਰਾਬ ਵੀ ਵੰਡੀ, ਕਿਸੇ ਨੂੰ ਮੋਟਰਸਾਈਕਲ ਵੀ ਦੇ ਦਿੱਤਾ, ਜਿਹਦੀਆਂ 100 ਵੋਟ ਉਹਨੂੰ ਨਾਲ ਕਾਰ ਵੀ ਦੇ ਦਿੱਤੀ। ਸਾਰੇ ਉੱਥੇ ਹੱਥ ਕੰਡੇ ਵਰਤੇ, ਕੋਈ ਸ਼ੱਕ ਵਾਲੀ ਗੱਲ ਨਹੀਂ ਪਏਗੀ, ਜਾ ਕੇ ਪੁੱਛ ਲਓ ਤੁਸੀਂ ਉੱਥੇ। ਅਸੀਂ ਲੋਕ ਲਾਲਚੀ ਵੀ ਹੈਗੇ ਥੋੜੇ ਜਿਹੇ, ਚਲੋ ਕੋਈ ਗੱਲ ਨਹੀਂ। ਸਾਡੇ ਪੰਜਾਬ ਦਾ ਬੇੜਾ ਗਰਕ ਕਿਉਂ ਹੋਇਆ? ਜਦੋਂ ਇੱਕ ਬੋਤਲ ਦੀ ਖਾਤਰ ਵੋਟ ਪਾ ਦਿੰਦੇ, ਮੁੜ ਕੇ ਬੇੜਾ ਗਰਕ ਹੋਣਾ ਸਾਡਾ ਜੀ। ਫਿਰ ਵੀ ਮੈਂ ਦਿੱਲੀ ਦੇ ਸਿੱਖਾਂ ਨੂੰ ਵਧਾਈ ਦਿੰਦਾ ਹਾਂ। ਤੁਸੀਂ ਪੁੱਛੋਗੇ ਕਿਉਂ? ਇਸ ਕਰਕੇ ਵਧਾਈ ਦਿੰਦਾ ਵੀ 2 ਬੰਦਿਆਂ ਤੇ ਦੋਸ਼ ਆਇਦ ਹੋਏ ਜੀ। ਇੱਕ ਮਨਜੀਤ ਸਿੰਘ ਜੀਕੇ ਤੇ ਦੂਜੇ ਮਾਨਯੋਗ ਸਾਡੇ ਮਨਜਿੰਦਰ ਸਿੰਘ ਸਿਰਸਾ ਪ੍ਰਧਾਨ ਦਿੱਲੀ ਕਮੇਟੀ ਦੇ, ਇਸ ਲਈ ਮਾਨਯੋਗ ਕਹਿੰਦੇ। ਦੋਵਾਂ ਤੇ ਆਇਦ ਹੋਏ ਤੇ ਮਨਜੀਤ ਸਿੰਘ ਜਿੱਤੇ ਸਿਰਸੇ ਦੀ ਸਾਰੀ ਪਾਰਟੀ ਡਾਕ ਰੱਖਦੀ, ਉਹਨਾਂ ਸਿਰਫ 3 ਸੀਟਾਂ ਬੜੀਆਂ ਛਾਲੀਆਂ ਦੇ ਜੀ। ਤੇ ਮਨਜਿੰਦਰ ਸਿੰਘ ਸਿਰਸਾ ਨੂੰ ਆਪ ਨੂੰ ਹਰਾ ਕੇ ਰੱਖਤਾ ਵੀ ਭਾਈ ਤੈਨੂੰ ਵੋਟ ਨਹੀਂ ਪਾਉਣੀ, 525 ਵੋਟਾਂ ਦਾ ਰਿਹਾ ਜੀ। ਤੀਸਰੀ ਚੀਜ਼, ਲੋਕਾਂ ਨੇ ਬਹੁਤਾ ਇੰਟਰਸਟ ਨਹੀਂ ਵਿਖਾਇਆ ਜੀ, ਕਿਉਂਕਿ ਜਿਹੜੀਆਂ ਵੋਟਾਂ ਪਹਿਲੀ ਗੱਲ ਤੇ ਬਣੀਆਂ ਹੀ ਘੱਟ, ਪਿਛਲੀ ਵਾਰ ਨਾਲੋਂ 44,000 ਵੋਟ ਐਤਕੀ ਘੱਟ ਬਣੀ ਸੀ ਜੀ। ਅਗਲੀ ਗੱਲ ਕਹਿੰਦੇ ਜੀ ਦੁੱਧ ਰੱਖੜੀ ਸੀ ਕਿ ਮੈਂ ਰੱਖੜੀ ਕੋਈ ਨਾ ਕੋਈ ਸਹਿਮਤ ਨਹੀਂ ਹੈਗਾ, ਲੇਕਿਨ ਫਿਰ ਵੀ ਪਿਛਲੀ ਵਾਰੀ ਜਿਹੜੀ ਸੀ ਵੋਟ ਜਿਹੜੀ ਸੀ ਮੇਰੇ ਖਿਆਲ ਸ਼ਾਇਦ 1,47,000 ਕਿੰਨੀ ਪੋਲ ਹੋਈ ਸੀ, ਐਤਕੀ 1,27,000 ਪੋਲ ਹੋਈ ਜੀ। ਜੇ 27,000 ਦੇ ਵਿੱਚ 35,000 ਵੋਟ ਕੈਂਸਲ ਹੋਈ, ਬਾਕੀ ਰਹਿ ਗਈ ਪਿੱਛੇ ਕੀ ਰਹਿ ਗਈ। ਇਸ ਕਰਕੇ ਦਿੱਲੀ ਦੇ ਸਿੱਖਾਂ ਨੇ ਇਹ ਤੇ ਕੰਮ ਕੀਤਾ ਕਿ ਮਨਜੀਤ ਸਿੰਘ ਜੀਕੇ ਨੇ ਭ੍ਰਿਸ਼ਟਾਚਾਰ ਕੀਤਾ, ਉਹਦੀ ਪਾਰਟੀ ਡਾਕ ਰੱਖਤੀ ਉਹਨਾਂ ਨੇ ਜੀ। ਆਪਾਂ ਵਿੱਚ ਤੇ ਗਿਆ, ਲੇਕਿਨ ਮਨਜਿੰਦਰ ਸਿੰਘ ਸਿਰਸੇ ਨੂੰ ਹਰਾਇਆ। ਪਿਛਲੀ ਵਾਰੀ ਬਿਨਾਂ ਬਾਦਲ ਦੀਆਂ 37 ਸੀਟਾਂ ਸੀ, ਕੀ ਰਹਿ ਕੇ 27 ਰਹਿ ਗਈਆਂ ਜੀ। ਔਰ ਤੁਹਾਨੂੰ ਮੈਂ ਇਹ ਵੀ ਦੱਸ ਦਿਆਂ, ਉਮੀਦ ਆ ਵੀ ਸ਼ਾਇਦ ਸਿਰਸਾ ਪ੍ਰਧਾਨ ਨਾ ਬਣ ਸਕੇ। ਸਿਰਸਾ ਵਾਲਾ ਪ੍ਰਧਾਨ ਉਹ ਕੋਈ ਵਿਰੋਧੀ ਧਿਰ ਦਾ ਬਣੇਗਾ। ਹਾਲਾਤ ਇਹ ਕ੍ਰੀਏਟ ਹੋ ਰਹੇ ਨੇ, ਲੋਕਾਂ ਦੀ ਰਿਜ਼ੈਂਟਮੈਂਟ ਹੈਗੀ ਹੈ ਤੇ ਇਹਨਾਂ ਨੇ ਛੱਡਣਾ ਕੁਛ ਨਹੀਂ ਗਾ। ਅਸੀਂ ਪਹਿਲਾਂ ਵੀ ਕਹਿ ਚੁੱਕੇ ਹਾਂ ਵੀ ਸਿਰਸੇ ਨੂੰ ਪ੍ਰਧਾਨ ਬਣਾਉਣਾ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਮਜਬੂਰੀ ਹੈ ਜੀ ਜੀ। 2022 ਦੇ ਵਿੱਚ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ, ਫੰਡ ਕਿੱਥੋਂ ਆਉਣੇ ਆ? ਬਾਕੀ ਕਿਸੇ ਦੇ ਫੰਡ ਦੇਣੇ ਨਹੀਂ ਸਿਰਸੇ ਤੋਂ ਬਗੈਰ ਜੀ।
ਜੀ ਬਿਲਕੁਲ ਬਿਲਕੁਲ ਬਿਲਕੁਲ। ਗੱਲ ਤਾਂ ਫੰਡਾਂ ਦੀ ਫੰਡਾਂ ਤੇ ਆ ਕੇ ਰੁਕਦੀ ਹੈ ਜੀ, ਹੈ ਨਹੀਂ? ਤੇ ਉਧਰ ਕਹਿੰਦੇ ਭਿਖਾਰੀਆਂ ਨੇ ਬੈਂਕ ਖੋਲ ਲਿਆ ਜੀ। ਹਾਂ, ਇਹ ਕਿੱਥੋਂ ਦੀ ਗੱਲ ਹੈ ਇਹ? ਵੈਸੇ ਤਾਂ ਭਿਖਾਰੀ ਅਮੀਰ ਬੜੇ ਆ। ਮੈਨੂੰ ਯਾਦ ਆ ਮੈਂ 2 ਇੰਸੀਡੈਂਟਸ ਦੇਖੇ ਆ ਜੀ, ਇੱਕ ਦਿੱਲੀ ਦੇ ਵਿੱਚ ਤੇ ਇੱਕ ਸਾਡੇ ਨਾਲ ਹੀ ਬਕੈਣ ਵਾਲਾ ਪਿੰਡ ਹੈ ਜੀ, ਜਮਾ ਬਾਰਡਰ ਤੇ। ਦਿੱਲੀ ਵਾਲੇ ਦੀ ਤਾਂ ਜਦੋਂ ਮਰਿਆ ਭਿਖਾਰੀ, ਉਹਦੀ ਝੁੱਗੀ ਦੇ ਵਿੱਚੋਂ 10 ਬੋਰੀਆਂ ਨੋਟਾਂ ਦੀਆਂ ਮਿਲੀਆਂ ਸੀ। ਤੇ ਜਿਹੜਾ ਬਕੈਣ ਵਾਲਾ ਸੀ ਜੀ, ਇਹਦੇ ਅੱਜ ਤੋਂ 30 ਸਾਲ ਪਹਿਲਾਂ ਪਤਾ ਚੱਲਿਆ ਸੀਗਾ, ਉਦੋਂ 20 ਲੱਖ ਰੁਪਇਆ 22 ਲੱਖ ਰੁਪਇਆ ਬੈਂਕ ਜਮਾ ਸੀ। ਜੀ 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 ਦੱਸੋ। ਜਿਹੜੀ ਗੱਲ ਆ ਜੀ, 2 ਸ਼ਹਿਰ ਨੇ ਸਾਡੇ, ਇੱਕ ਮੁਜ਼ੱਫਰਨਗਰ ਤੇ ਇੱਕ ਮੁਜ਼ੱਫਰਪੁਰ ਜੀ। ਇਹ ਦਹਾਂ ਫਰਕ ਆ ਦੋਵਾਂ 'ਚ। ਮੁਜ਼ੱਫਰਪੁਰ ਜਿਹੜਾ ਉਹ ਬਿਹਾਰ ਦੇ ਵਿੱਚ ਤੇ ਮੁਜ਼ੱਫਰਨਗਰ ਜਿਹੜਾ ਉਹ ਯੂਪੀ ਦੇ ਜੀ। ਇਹ ਮੁਜ਼ੱਫਰਪੁਰ ਦੀ ਕਹਾਣੀ ਹੈ ਜੀ, ਬਿਹਾਰ ਦੀ ਕਹਾਣੀ। ਅੱਜ ਦੀ ਡੇਟ ਦੇ ਵਿੱਚ ਤੁਹਾਡੇ ਕੋਲ IPS ਤੇ IAS ਅਧਿਕਾਰੀ ਜਿਹੜੇ ਬਿਹਾਰ ਦੇ ਬਹੁਤ ਆ ਰਹੇ, ਭਾਵੇਂ ਉਹ ਗਰੀਬ ਸਟੇਟ ਕੰਜ਼ਿਊਮਰ। ਜੀ ਜੀ। ਉੱਥੋਂ ਦਾ ਸ਼ਾਇਦ ਅਨੰਤ ਰਾਜ ਹੈ ਕਿ ਅਨੰਤ ਰਾਏ, ਮੈਨੂੰ ਯਾਦ ਨਹੀਂ, MP ਰਿਹਾ ਪਹਿਲਾਂ, ਅੱਜ ਕੱਲ੍ਹ ਤਾਂ ਸ਼ਾਇਦ ਨਹੀਂ ਹੈਗਾ। ਉਹ 30 ਸਟੂਡੈਂਟ ਹਰ ਸਾਲ ਜਿਹੜੇ ਟੌਪ ਦੇ ਸਟੂਡੈਂਟ ਉਹ ਲੈਂਦਾ ਜੀ। ਫ੍ਰੀ ਰਹਿਣਾ, ਫ੍ਰੀ ਪੜ੍ਹਨਾ, ਫ੍ਰੀ ਕੋਚਿੰਗ ਜੀ। ਤੇ 30 ਦੇ ਵਿੱਚ ਉਹਦੇ 25 ਬੰਦੇ ਜਿਹੜੇ ਉਹ UPSC ਕਲੀਅਰ ਆਟੋਮੈਟਿਕਲੀ ਉਹਨੂੰ ਆਪਣੇ ਸੂਬੇ ਦਾ ਪਿਆਰ ਆ, ਦੇਸ਼ ਦੇ ਪਿਆਰ, ਉਹ ਕਰਦਾ ਕੰਮ ਖਰਚਾ ਕਰਦਾ। ਜੀ ਜੀ। ਭਾਵੇਂ ਸਰਕਾਰ ਦੀ ਵੀ ਮਦਦ ਨਹੀਂ ਕਰਦੀ, ਇਹ ਕੰਮ ਸਾਡੇ ਇੱਥੇ SDPC ਬੜੀ ਬਾਖੂਬੀ ਕਰ ਸਕਦੀ, ਕਿਉਂਕਿ ਇਹ ਚੰਗਾ ਕੰਮ ਕਰਨਾ ਹੀ ਨਹੀਂ ਆਪਾਂ। ਹੁਣ ਉਹ ਮੁਜ਼ੱਫਰਪੁਰ ਦੇ ਵਿੱਚ ਜਿਹੜੇ ਭਿਖਾਰੀ ਸੀਗੇ, ਉਹ ਮੰਗ ਕੇ ਖਾਂਦੇ ਸੀ ਜੀ। ਉਹਨਾਂ ਦੀ ਆਪਣੀ ਇੱਕ ਜਥੇਬੰਦੀ ਬਣ ਗਈ ਭਿਖਾਰੀ। ਉਹਨਾਂ ਸੋਚਿਆ ਜਿਹੜੇ ਕਿੰਨਾ ਜਿਹੜੇ ਮੰਗਾਂਗੇ ਆਪਾਂ ਜੀ। ਉਹਨਾਂ ਨੇ ਕੀ ਕੀਤਾ, ਇੱਕ ਪੇਟੀ ਰੱਖ ਲਈ ਤੇ ਉਹਦੇ ਪੇਟੀ ਦੇ ਜਿੰਦਰੇ ਮਾਰਤਾ। ਉਹਦੇ 3 ਚਾਬੀਆਂ ਸੀਗੀਆਂ, ਇੱਕ ਚਾਬੀ ਹੈਗੀ ਸੀ ਪ੍ਰਧਾਨ ਕੋਲੇ, ਇੱਕ ਕੈਸ਼ੀਅਰ ਕੋਲੇ ਤੇ ਇੱਕ ਜਨਰਲ ਸੈਕਟਰੀ ਜੀ। ਉਹ ਜਿਹੜੀ ਸ਼ਾਮਾਂ ਤੱਕ ਲਿਆਉਂਦੇ ਸੀ ਆਪਣਾ ਮੰਗ ਕੇ ਉਹ ਪੇਟੀ 'ਚ ਪਾ ਦਿੰਦੇ ਸੀ। ਅੱਛਾ ਜੀ। ਪੇਟੀ 'ਚ ਪਾਉਣ ਤੋਂ ਬਾਅਦ ਜਿਹੜਾ ਬਕਾਇਦਾ ਤੌਰ ਤੇ ਉਹਦੇ ਵਿੱਚ ਜਿਹੜਾ ਸੀ ਸ਼ਨੀਵਾਰ ਜਾਂ ਐਤਵਾਰ ਇੱਕ ਦਿਨ ਹੁੰਦਾ ਸੀ, ਸਾਰੇ ਇਕੱਠੇ ਹੁੰਦੇ ਸੀ, ਪੇਟੀ ਖੁੱਲੀ ਜਾਂਦੀ ਸੀ। ਪੇਟੀ ਖੋਲ ਕੇ ਕਿਹਾ ਜਾਂਦਾ ਸੀ, ਭਾਈ ਇਹ ਤੁਹਾਡੀ ਪ੍ਰਾਪਰਟੀ ਸਾਰਿਆਂ ਦੀ ਹੈਗੀ ਤੇ ਆਪਾਂ ਆਪਣੀ ਜਥੇਬੰਦੀ ਵੀ ਚਲਾਉਣੀ ਹੈ ਤੇ ਤੁਹਾਨੂੰ ਆਪਾਂ ਲੋਨ ਦੇ ਸਕਦੇ 2000 ਰੁਪਇਆ ਪਰ ਵਿਅਕਤੀ। ਅੱਛਾ ਜੀ। ਉਹਦਾ 1% ਵਿਆਜ ਹੋਊਗਾ। ਉਹ ਜਿਹੜੇ ਜਿਹਨੂੰ 2000 ਰੁਪਏ ਦਿੱਤਾ, ਉਹਨਾਂ ਨੇ ਆਪਣੇ ਘਰ ਦੇ ਵਿੱਚ ਝੋਲੇ ਬਣਾਉਣੇ ਸ਼ੁਰੂ ਕਰਤੇ, ਮੋਮਬੱਤੀਆਂ ਬਣਾਉਣੀ ਸ਼ੁਰੂ ਕਰਤੀਆਂ, ਜਿਹੜੇ ਛੋਟੇ ਛੋਟੇ ਕੰਮ ਸ਼ੁਰੂ ਕੀਤੇ ਜੀ। ਉਹ ਕੰਮ ਸ਼ੁਰੂ ਕਰਕੇ ਉਹ ਵਿਚਾਰੇ ਜਿਹੜੇ ਭਿਖਾਰੀ ਸੀ, ਭਿਖਾਰੀ ਤੋਂ ਜਿਹੜੀ ਸੀ ਉਹ ਵਰਕਰ ਬਣੇ। ਉਹਨਾਂ ਦੀ ਗਿਣਤੀ ਵੱਧਦੀ ਗਈ ਜੀ। ਹੁਣ ਉਹ ਤਾਂ ਸਮਾਜਿਕ ਜਿਹੜੀ ਉੱਥੇ ਨਵੀਂ ਹੋਈ ਹੈ, ਸਮਾਜਿਕ ਸੁਰੱਖਿਆ ਸੈੱਲ ਜਿਹੜਾ ਵਾ, ਉਹਦੇ ਡਾਇਰੈਕਟਰ ਬ੍ਰਿਜ ਭੂਸ਼ਣ ਜੀ। ਉਹਨਾਂ ਨੇ ਫਿਰ ਲਾਗੇ ਸਾਰੇ ਭਿਖਾਰੀਆਂ ਦਾ ਸਰਵੇ ਕੀਤਾ, ਬੰਦੇ ਕਿੰਨੇ ਹੈਗੇ ਆ। ਇਹ ਬੰਦੇ ਸਿਰਫ 175 ਤੇ 5 ਹੈਲਪਲਾਈਨ ਚੱਲਦੇ, 5 ਹੈਲਪਲਾਈਨ ਜੀ। ਉਹ 5 ਹੈਲਪਲਾਈਨ ਥਰੂ ਹੀ ਆਪਣਾ ਕਾਰੋਬਾਰ ਕਰਦੇ ਜੀ। ਹੁਣ ਉਹਨਾਂ ਨੇ ਲਾਗੇ ਸਰਵੇ ਕੀਤਾ ਤੇ 575 ਭਿਖਾਰੀ ਇਕੱਠੇ ਕੀਤੇ ਉਹਨਾਂ ਨੇ। ਉਹਨਾਂ ਨੇ ਕਿਹਾ ਜੀ ਤੁਹਾਡੀ ਜਥੇਬੰਦੀ ਬੜੀ ਸੋਹਣੀ ਚੱਲਦੀ ਹੈ, ਤੁਸੀਂ ਬਹੁਤ ਸੋਹਣਾ ਕੰਮ ਕਰਦੇ ਹੋ, ਤੁਹਾਡੀਆਂ 5 ਜਥੇਬੰਦੀਆਂ 5 ਹੈਲਪਲਾਈਨਾਂ, ਤੁਸੀਂ ਇੱਕ ਹੈਲਪਲਾਈਨ ਨੂੰ 10 ਲੱਖ ਰੁਪਏ ਜਿਹੜਾ ਉਹ ਤੁਹਾਨੂੰ ਕਰਜ਼ਾ ਦੇ ਸਕਦੇ ਜੀ। ਜੇ ਤੁਸੀਂ ਕਰਜ਼ਾ ਲਓ ਤੇ ਤੁਸੀਂ ਬੜਾ ਸਿਸਟੇਮੈਟਿਕਲੀ ਵੇਖੋ, ਇੱਕ ਬੈਂਕ ਚਲਾ ਰਹੇ ਤੁਸੀਂ, ਪੈਸੇ ਆ ਵੀ ਰਹੇ ਆ, ਜਾ ਵੀ ਰਹੇ ਆ, ਸਭ ਕੁਛ ਹੋ ਰਿਹਾ ਤੁਹਾਡਾ। ਤੁਸੀਂ ਬੰਦਿਆਂ ਨੂੰ ਜਿਹੜਾ ਭਿਖਾਰੀਆਂ ਨੂੰ ਜੇ ਕਿਤੇ ਰੁਜ਼ਗਾਰ ਦੇ ਰਹੇ ਹੋ, ਸਕਿਲਡ ਵਰਕਰ, ਚੰਗੀ ਗੱਲ ਕਰ ਰਹੇ ਤੁਸੀਂ ਜੀ। ਇਸ ਕਰਕੇ ਉਹਨਾਂ ਨੇ ਉਪਰਾਲਾ ਕੀਤਾ, ਉਹਨਾਂ ਨੇ ਬਕਾਇਦਾ ਤੌਰ ਤੇ ਸਾਂਝੇ ਰੂਪ ਦੇ ਵਿੱਚ, ਇਹੀ ਤੇ ਮੋਦੀ ਸਾਹਿਬ ਕਹਿੰਦੇ ਆ ਕਿਸਾਨਾਂ ਨੂੰ, ਭਾਈ ਸਹਿਕਾਰੀ ਸਭਾਵਾਂ ਬਣਾ ਲਓ, ਇਕੱਠੇ ਹੋ ਜਾਓ ਇੱਕ ਮੰਚ ਤੇ, ਕਰਜ਼ਾ ਨੂੰ ਅਸੀਂ ਦੇ ਦਿੰਦੇ, ਗੱਲ ਨਹੀਂ, ਜਗ੍ਹਾ ਨੂੰ ਅਸੀਂ ਦੇ ਦਿੰਦੇ, ਸਟਾਫ ਨੂੰ ਅਸੀਂ ਦੇ ਦਿੰਦੇ ਅਸੀਂ। ਲੇਕਿਨ ਮੇਰਾ ਕਹਿਣ ਤੋਂ ਭਾਵ ਸਿਰਫ ਇਹ ਆ ਕਿ ਉਹਨਾਂ ਦੇ ਬੈਂਕ ਨੂੰ ਵੇਖ ਕੇ ਉੱਥੇ ਸਰਕਾਰ ਬੜੀ ਪ੍ਰਭਾਵਿਤ ਆ ਕਿ ਜੇ ਸਾਰੇ ਲੋਕ ਇੱਦਾਂ ਹੋ ਜਾਣ ਤੇ ਕਿਹਨੂੰ ਮੰਗਣ ਦੀ ਲੋੜ ਹੀ ਨਾ ਪਵੇ। ਜੀ ਜੀ ਜੀ। ਤੇ ਮਿਹਰਬਾਨੀ ਜੀ ਤੁਹਾਡੀ, ਸ਼ੁਕਰੀਆ, ਧੰਨਵਾਦ ਤੁਹਾਡਾ।